ਸੋ 25 ਸਤੰਬਰ ਅੱਜ ਕਿਸਾਨਾਂ ਦੀਆਂ 31 ਜਥੇਬੰਦੀਆਂ ਵੱਲੋਂ ਪੰਜਾਬ ਭਰ ਦੇ ਵਿੱਚ ਬੰਦ ਦਾ ਐਲਾਨ ਕੀਤਾ ਗਿਆ ਆ। ਪਰ ਇਸ ਟਾਈਮ ਅਸੀਂ ਖੜੇ ਆ ਖਰੜ ਦੇ ਐਸਐਸ ਨਿੱਜਰ ਚੌਂਕ ਦੇ ਵਿਖੇ, ਜਿੱਥੇ ਕਿ ਨਾਰਥ ਜ਼ੋਨ ਜਿਹੜੇ ਐਕਟਰਸ ਐਸੋਸੀਏਸ਼ਨ ਦੇ ਜਿਹੜੇ ਮੈਂਬਰ ਨੇ ਉਹ ਇੱਥੇ ਪਹੁੰਚੇ ਹੋਏ ਨੇ ਤੇ ਉਹਨਾਂ ਵੱਲੋਂ ਅੱਜ ਕਿਸਾਨ ਮਾਰੂ ਜਿਹੜੀਆਂ ਸਰਕਾਰ ਦੀਆਂ ਨੀਤੀਆਂ ਨੇ ਉਹਨਾਂ ਦਾ ਵਿਰੋਧ ਕੀਤਾ ਜਾ ਰਿਹਾ, ਖੇਤੀ ਆਰਡੀਨੈਂਸਾਂ ਦਾ ਵਿਰੋਧ ਕੀਤਾ ਜਾ ਰਿਹਾ ਤੇ ਉਹਨਾਂ ਨੂੰ ਰੋਕਣ ਲਈ ਇੱਥੇ ਪ੍ਰਦਰਸ਼ਨ ਕੀਤਾ ਜਾ ਰਿਹਾ। ਸੋ ਅੱਜ ਆਪਾਂ ਇੱਥੇ ਮੌਜੂਦ ਕਲਾਕਾਰਾਂ ਨਾਲ ਮਿਲਾਂਗੇ ਤੇ ਗੱਲਬਾਤ ਕਰਾਂਗੇ ਤੇ ਉਹਨਾਂ ਤੋਂ ਪੁੱਛਾਂਗੇ ਕਿ ਕਿਉਂ ਕੀਤਾ ਗਿਆ ਸਰਕਾਰ ਵੱਲੋਂ ਇਸ ਆਰਡੀਨੈਂਸ ਨੂੰ ਪਾਸ, ਤੇ ਹੁਣ ਜਦ ਪਾਸ ਹੋ ਹੀ ਗਿਆ ਆ ਤਾਂ ਉਹਨਾਂ ਨੂੰ ਕੀ ਉਮੀਦ ਆ ਕਿ ਰੋਸ ਪ੍ਰਦਰਸ਼ਨਾਂ ਦਾ ਜੋ ਕੀ ਨਤੀਜਾ ਨਿਕਲੇਗਾ, ਕੀ ਸਰਕਾਰ ਇਸ ਆਰਡੀਨੈਂਸ ਨੂੰ ਰੱਦ ਕਰੇਗੀ ਜਾਂ ਨਹੀਂ। ਸੋ ਆਓ ਚੱਲਦੇ ਹਾਂ ਤੇ ਗੱਲ ਕਰਦੇ ਹਾਂ ਕਲਾਕਾਰਾਂ ਦੇ ਨਾਲ। ਕਿਸਾਨ ਇਸ ਵਾਸਤੇ ਰੈਡੀ ਨਹੀਂ ਹੈਗਾ ਕਿਉਂਕਿ ਕਿਸਾਨ ਦੇ ਹੋਰ ਬੜੇ ਮਸਲੇ ਉਲਝੇ ਹੋਏ ਨੇ। ਤੁਸੀਂ ਪਿਛਲੇ ਸਾਲ ਤੋਂ ਦੇਖੋ, ਪਹਿਲਾਂ ਤੁਸੀਂ ਨੋਟਬੰਦੀ ਹੋ ਗਈ, ਉਦੋਂ ਬੰਦਾ ਹਿੱਲ ਗਿਆ ਸਾਰਾ। ਉਸ ਤੋਂ ਬਾਅਦ GST ਲੱਗ ਗਈ, ਉਸ ਤੋਂ ਬੰਦਾ ਹਿੱਲ ਗਿਆ। ਪ੍ਰਿਪੇਅਰ ਕੋਈ ਵੀ ਨਹੀਂ ਸੀ ਇਸ ਗੱਲਾਂ ਦਾ। ਉਸ ਤੋਂ ਬਾਅਦ ਕਰਦੇ ਕਰਦੇ ਆ ਲੋਕਡਾਊਨ, ਕੋਵਿਡ ਹੋਇਆ, ਉਸ ਤੋਂ ਵੀ ਕੋਈ ਪ੍ਰਿਪੇਅਰ ਨਹੀਂ ਸੀ। ਚਲੋ ਉਹ ਤੋਂ ਉੱਪਰ ਦੀ ਮਹਾਮਾਰੀ ਹੋਈ ਪਰਮਾਤਮਾ ਦੀ। ਲੇਕਿਨ ਉਸ ਤੋਂ ਇਲਾਵਾ ਵੀ ਤੁਸੀਂ ਇਹ ਦੇਖੋ ਕਿ ਉਸ ਤੋਂ ਬਾਅਦ ਇਮੀਡੀਏਟਲੀ ਹਲੇ ਉਸ ਸਥਿਤੀ ਦੇ ਵਿੱਚੋਂ ਕਲਾਕਾਰ ਕੀ ਹਰ ਇੱਕ ਬੰਦਾ ਭਲੇ ਡਾਊਨ ਤੋਂ ਲੈ ਕੇ ਕਿਸਾਨ ਹੋਵੇ ਜਾਂ ਕਲਾਕਾਰ ਹੋਵੇ ਜਾਂ ਕੋਈ ਵਪਾਰੀ ਹੋਵੇ, ਉਹ ਬੰਦਾ ਵੀ ਹਲੇ ਠੀਕ ਠਾਕ ਨਹੀਂ ਸੀ ਹੋਇਆ। ਉੱਤੋਂ ਇਹਨਾਂ ਨੇ ਕਿਸਾਨ ਭਰਾਵਾਂ ਦੇ ਉੱਤੇ ਆਹ ਰੋਕਤਾ, ਸਾਨੂੰ ਤਾਂ ਚੱਜ ਨਾਲ ਗਰੀਬਾਂ ਨੂੰ ਰੋਟੀ ਨਹੀਂ ਮਿਲੀ ਚੱਜ ਨਾਲ, ਤੇ ਉਹਨੂੰ ਤੇ ਆਹ ਜਿਹੜਾ ਆ ਬਿੱਲ ਦਾ ਪਾਸ ਕਰਨ ਲੱਗੇ ਉਹਨਾਂ ਨੂੰ ਵੈਸੇ ਲਾਤਾ। ਹੁਣ ਕਿਸਾਨ ਖੇਤੀ ਕਰੇ ਕਿ ਬਿੱਲ ਭਰੇ, ਉਹ ਇਹੀ ਗੱਲਾਂ ਦੇ ਕਰਕੇ ਵਿਰੋਧ ਹੈਗਾ ਸਾਡਾ। ਅਸੀਂ ਸਰਕਾਰ ਅੱਗੇ ਤਾਂ ਬਸ ਖਾਲੀ ਸਾਡੀ ਅਪੀਲ ਹੈ, ਅਸੀਂ ਕਿਸੇ ਨੂੰ ਤਾਂ ਕੋਈ ਕੁਝ ਹੱਕ ਖੋ ਨਹੀਂ ਰਹੇ। ਸਾਡੇ ਸਾਰਿਆਂ ਦੀ ਅਪੀਲ ਹੈ ਬਈ ਅਪੀਲ ਕਰ ਹੀ ਦਿਓ ਕਿ ਸਾਡੇ ਸਾਰਿਆਂ ਦੀ ਅਪੀਲ ਹੈ ਕਲਾਕਾਰ ਭਰਾਵਾਂ ਵੱਲੋਂ ਕਿ ਤੁਸੀਂ ਪਲੀਜ਼ ਇਹ ਜਿਹੜੀ ਜਿਹੜਾ ਬਿੱਲ ਪਾਸ ਇਹ ਨਹੀਂ ਹੋਣਾ ਚਾਹੀਦਾ। ਸਾਨੂੰ ਕਿਸਾਨ ਦੀਆਂ ਪੀੜਾਂ ਦਾ ਖੈਰ ਸਾਨੂੰ ਨਹੀਂ ਪਤਾ, ਲੇਕਿਨ ਕਿਸਾਨ ਦੀ ਪੀੜ ਕਿਸਾਨ। ਮੈਂ ਤਾਂ ਸਰਕਾਰ ਨੂੰ ਇਹੀ ਕਹਿਣਾ ਚਾਹੁੰਦਾ ਕਿ ਜਿੰਨਾ ਕਲਾਕਾਰਾਂ ਨੂੰ ਪਤਾ ਹੈ ਕਿਸਾਨਾਂ ਬਾਰੇ, ਮੇਰੇ ਖਿਆਲ ਦੇ ਵਿੱਚ ਕਿਸੇ ਨੂੰ ਨਹੀਂ ਪਤਾ। ਕਿਉਂਕਿ ਕਲਾਕਾਰ ਪਿੰਡਾਂ ਦੇ ਵਿੱਚ ਸ਼ੂਟਿੰਗ ਕਰਨ ਵਾਸਤੇ ਵੀ ਜਾਂਦਾ, ਪਿੰਡਾਂ ਦੇ ਵਿੱਚ ਸ਼ੋਅ ਕਰਨ ਵਾਸਤੇ ਵੀ ਜਾਂਦਾ। ਅਸੀਂ ਜਦੋਂ ਪਿੰਡਾਂ ਦੇ ਵਿੱਚ ਜਾਂਦੇ ਹਾਂ ਤਾਂ ਸਾਨੂੰ ਪਤਾ ਹੁੰਦਾ ਕਿ ਉਹਨਾਂ ਕਿਸਾਨਾਂ ਦਾ ਕਿੰਨਾ ਬੁਰਾ ਹਾਲ ਹੈ, ਔਰ ਅਸੀਂ ਜਾ ਕੇ ਉਹਨਾਂ ਦੇ ਘਰਾਂ ਦੇ ਵਿੱਚ, ਉਹਨਾਂ ਦੇ AC ਦੇ ਵਿੱਚ ਬੈਠ ਜਾਂਦੇ ਹਾਂ। ਔਰ ਕਿਸਾਨ ਦੁਪਹਿਰ ਨੂੰ ਪੱਠੇ ਲੈ ਕੇ ਆਉਂਦਾ, ਜਿਵੇਂ ਪਾਣੀ ਲਾ ਕੇ ਆਉਂਦਾ, ਤੇ ਉੱਥੇ ਆ ਕੇ ਉਹ ਮੁੜਕੀ ਹੋਇਆ ਪਿਆ ਹੁੰਦਾ। ਉਹਦੀ ਉਹ ਮਿਹਨਤ ਹੁੰਦੀ ਹੈ। ਔਰ ਮੰਡੀਆਂ ਦੇ ਵਿੱਚ ਝੋਨੇ ਤੇ ਕਣਕ ਤੇ ਪਿਆ ਪੂਰਾ ਦਿਨ ਵੇਟ ਕਰਦਾ ਰਹਿੰਦਾ ਹੈ ਕਿ ਅੱਜ ਮੇਰਾ ਝੋਨਾ ਵਿਕੂਗਾ, ਅੱਜ ਮੇਰੀ ਕਣਕ ਵਿਕੂਗੀ। ਸਰਕਾਰ ਨੂੰ ਬੇਨਤੀ ਕਰਦੇ ਆ ਕਿ ਇਹ ਫੈਸਲੇ AC ਦੇ ਵਿੱਚ ਬੈਠ ਕੇ ਨਾ ਕੀਤੇ ਜਾਣ। ਇਹ ਫੈਸਲੇ ਜੇ ਕਰਨੇ ਆ ਤਾਂ ਪਿੰਡਾਂ ਦੇ ਵਿੱਚ ਜਾਓ ਔਰ ਉਹਨਾਂ ਦਾ ਦੁੱਖ ਦੇਖੋ, ਫਿਰ ਇਹ ਫੈਸਲੇ ਕਰੋ। ਧੰਨਵਾਦ। ਕਰੋਨਾ ਦਾ ਕਹਿਰ ਸਾਡੇ ਉੱਤੇ ਢਾਇਆ ਸੀਗਾ, ਪਰ ਉਸ ਤੋਂ ਬਾਅਦ ਨਾਲ ਦੀ ਨਾਲ ਸਰਕਾਰ ਨੇ ਵੀ ਬਹੁਤ ਵੱਡਾ ਕਹਿਰ ਢਾ ਦਿੱਤਾ ਕਿਸਾਨਾਂ ਦੇ ਉੱਤੇ, ਮਜ਼ਦੂਰਾਂ ਦੇ ਉੱਤੇ, ਜਿਨ੍ਹਾਂ ਦੀ ਗੱਲ ਸੁਣ ਰਿਹਾ। ਤੇ ਅਸੀਂ ਸਾਰੇ ਕਲਾਕਾਰ ਮਿਲ ਕੇ ਅਪੀਲ ਕਰਦੇ ਹਾਂ, ਰਿਕੁਐਸਟ ਕਰਦੇ ਹਾਂ ਕਿ ਇਸ ਬਿੱਲ ਨੂੰ ਵਾਪਸ ਲਿਆ ਜਾਵੇ ਤਾਂ ਕਿ ਸਾਰੇ ਕਿਸਾਨ ਭਰਾ, ਸਾਰੇ ਮਜ਼ਦੂਰ ਜਮਾਤ ਸਾਰੇ ਇਕੱਠੇ ਮਿਲ ਕੇ ਆਪਣੇ ਹਿੱਤਾਂ ਬਾਰੇ ਸੋਚ ਸਕਣ ਤੇ ਸਰਕਾਰ ਨੂੰ ਕਿ ਇਹ ਬਿੱਲ ਵਾਪਸ ਲਿਆ ਜਾਵੇ। ਅਸੀਂ ਬਿਲਕੁਲ ਪੁਰਜ਼ੋਰ ਵਿਰੋਧ ਕਰਦੇ ਹਾਂ ਇਸ ਬਿੱਲ ਦਾ। ਸਾਰੇ ਕਲਾਕਾਰ ਭਾਈਚਾਰੇ ਵੱਲੋਂ ਵਿਰੋਧ ਕੀਤਾ ਜਾ ਰਿਹਾ ਇਸ ਬਿੱਲ ਦਾ। ਥੈਂਕ ਯੂ। ਇਹ ਜਿਹੜਾ ਬਿੱਲ ਪਾਸ ਕੀਤਾ ਹੈ, ਮੈਨੂੰ ਲੱਗਦਾ ਕਿ ਸਾਡੇ ਜਿਹੜੇ ਕਿਸਾਨੀ ਕਿੱਤੇ ਨਾਲ ਜਾਂ ਸਾਡੇ ਬੁੱਧੀਜੀਵੀ ਨੇ ਜਿਹੜੇ ਕਿਸਾਨੀ ਨਾਲ ਜੁੜੇ ਹੋਏ ਨੇ, ਉਹਨਾਂ ਨੂੰ ਪੈਨਲ ਦੇ ਵਿੱਚ ਪਾਉਣਾ ਬਹੁਤ ਜ਼ਰੂਰੀ ਸੀਗਾ। ਤੇ ਜੇ ਉਹ ਬਹਾ ਲੈਂਦੇ ਨਾਲ ਤੇ ਆਪਸ ਦੇ ਵਿੱਚ ਰਲ ਮਿਲ ਕੇ ਸਾਂਝ ਤੇ ਆਪਸੀ ਸਹਿਮਤੀ ਦੇ ਨਾਲ ਇਹ ਜਿਹੜਾ ਪੈਨਲ ਪਾਸ ਹੋਣਾ ਚਾਹੀਦਾ ਸੀ। ਸੋ ਮੈਂ ਤਾਂ ਇਹੋ ਹੀ ਕਹੂੰਗਾ ਕਿ ਸਰਕਾਰਾਂ ਨੂੰ ਬੇਨਤੀ ਹੈ ਕਿ ਬੜੀ ਹਲੀਮੀ ਦੇ ਨਾਲ, ਕਿਉਂਕਿ ਸਾਡਾ ਪੰਜਾਬ ਦਾ ਪਹਿਲੋਂ ਬੜਾ ਨੁਕਸਾਨ ਹੋ ਗਿਆ, ਅਸੀਂ ਨਹੀਂ ਚਾਹੁੰਦੇ ਕਿ ਦੁਬਾਰਾ ਉਹ ਨੁਕਸਾਨ ਹੋਵੇ। ਔਰ ਬੜੀ ਹਲੀਮੀ ਦੇ ਨਾਲ ਸਾਡੀ ਸਾਰਿਆਂ ਨੂੰ ਗੁਜ਼ਾਰਿਸ਼ ਹੈ ਜੀ, ਸਾਡੀ ਗੌਰਮੈਂਟ ਨੂੰ ਗੁਜ਼ਾਰਿਸ਼ ਹੈ ਕਿ ਇਸ ਮਸਲੇ ਤੇ ਗੌਰ ਫਰਮਾਓ। ਥੈਂਕ ਯੂ। ਸਾਰਿਆਂ ਨੇ ਬਹੁਤ ਸਾਰੀਆਂ ਗੱਲਾਂ ਬਿੱਲ ਬਾਰੇ ਕੀਤੀਆਂ। ਮੈਂ ਇੱਕ ਛੋਟੀ ਜਿਹੀ ਗੱਲ ਕਹੂੰਗਾ ਕਿ ਜਿੰਨੇ ਕੁ ਆਰਟਿਸਟ ਆਪਾਂ ਇੱਥੇ ਇਕੱਠੇ ਹੋਏ ਆ, ਇਹਦੇ ਨਾਲੋਂ 100 ਗੁਣਾ ਆਰਟਿਸਟ ਘਰ ਦੇ ਵਿੱਚ ਵੀ ਬੈਠੇ ਨੇ। ਅਗਰ ਸਾਰੇ ਆਰਟਿਸਟ ਆਪਣੇ ਘਰ ਵੀ ਜਿਹੜੇ ਬੈਠੇ ਨੇ, ਅਗਰ ਉਹ ਲਾਈਵ ਹੋ ਕੇ ਆਪਣੀਆਂ ਪੋਸਟਾਂ 10 ਦਿਨ ਛੱਡ ਕੇ, ਕਿਉਂਕਿ ਲੜਾਈ ਲੰਮੀ ਹੈ, ਇੱਕ ਦਿਨ ਦੀ ਲੜਾਈ ਨਹੀਂ ਹੈਗੀ, ਅਗਰ ਉਹ ਆਪਣੀਆਂ ਪੋਸਟਾਂ ਛੱਡ ਕੇ ਆਵਾਜ਼ ਜ਼ਿਆਦਾ ਬੁਲੰਦ ਹੋ ਜੂਗੀ, ਕਿਉਂਕਿ ਜਿੰਨੀ ਵੱਡੀ ਆਵਾਜ਼ ਹੋਊਗੀ, ਜਿੰਨੀ ਉੱਚੀ ਹੋਊਗੀ, ਉਨੀ ਸਰਕਾਰ ਤੱਕ ਪਹੁੰਚੂਗੀ। ਤੇ ਮੈਨੂੰ ਲੱਗਦਾ ਆਪਾਂ ਨੂੰ ਜਿਹੜੇ ਘਰ 'ਚ ਵੀ ਬੈਠੇ ਨੇ ਜਾਂ ਆਪਾਂ ਜਿੰਨੇ ਵੀ ਇੱਥੇ ਇਕੱਠੇ ਹੋਏ ਆ, ਉਹ ਸਾਰੇ 10 ਦਿਨ ਆਪਣੇ ਆਪ ਨੂੰ ਭੁੱਲ ਕੇ ਇਸ ਮੁੱਦੇ ਨੂੰ ਜ਼ਿਆਦਾ ਉਠਾਉਣ, ਲਾਈਵ ਹੋ ਕੇ, ਪੋਸਟਾਂ ਪਾ ਕੇ, ਕਿਸੇ ਵੀ ਤਰੀਕੇ ਨਾਲ ਬਾਕੀ ਸਾਰੀਆਂ ਚੀਜ਼ਾਂ ਭੁੱਲ ਜਾਣ, ਕਿਉਂਕਿ ਇਹ ਚੀਜ਼ਾਂ ਕਿਤੇ ਨਾ ਕਿਤੇ ਸਾਡੇ ਨਾਲ ਜੁੜੀਆਂ ਹੋਈਆਂ।
ਆਵਾਜ਼ ਜਿੰਨੀ ਵੱਡੀ ਹੋਊਗੀ ਉਨੀ ਛੇਤੀ ਪਹੁੰਚੂਗੀ, ਔਰ ਜਿੰਨੀ ਛੇਤੀ ਉਹਨਾਂ ਦੇ ਕੰਨਾਂ 'ਚ ਪਊਗੀ ਉਨੀ ਛੇਤੀ ਇਸ ਮੁੱਦੇ ਤੇ ਉਹ ਕੋਈ ਸੋਚ ਵਿਚਾਰ ਆਪਣਾ ਕਰਨਗੇ। ਸੋ ਮੈਂ ਇਹੀ ਕਹੂੰਗਾ ਕਿ ਸਾਰੇ ਜਾਣੇ ਇਕੱਠੇ ਨਹੀਂ ਹੋ ਸਕਦੇ, ਪਰ ਆਪਾਂ ਇੱਕ ਪਲੇਟਫਾਰਮ ਇਦਾਂ ਦਾ ਹੈਗਾ ਜਿਹਦੇ ਤੇ ਆਪਾਂ ਇਕੱਠੇ ਪਹਿਲਾਂ ਹੀ ਆ ਸਾਰੇ, ਤੇ ਉੱਥੇ ਆਵਾਜ਼ ਆਪਾਂ ਨੂੰ ਬੁਲੰਦ ਕਰਨੀ ਚਾਹੀਦੀ ਹੈ। ਥੈਂਕ ਯੂ ਜੀ ਦੋਸਤੋ, ਸਭ ਤੋਂ ਪਹਿਲੀ ਗੱਲ ਤਾਂ ਇਹ ਹੈ ਕਿ ਅਸੀਂ ਕਲਾਕਾਰ ਸ਼ਾਇਦ ਸਭ ਤੋਂ ਛੋਟੀ ਘੱਟ ਗਿਣਤੀ ਦੇ ਲੋਕ ਹਾਂ। ਸਾਡੀ ਗਿਣਤੀ ਨਾ ਦੇਖੀ ਜਾਵੇ, ਇਹ ਦੇਖਿਆ ਜਾਵੇ ਕਿ ਸਭ ਤੋਂ ਛੋਟੀ ਘੱਟ ਗਿਣਤੀ ਦੇਸ਼ ਦੇ ਸਮਾਜ ਦੇ ਸਵਾਲਾਂ ਨੂੰ ਮੁਖਾਤਬ ਕਿੰਨਾ ਕੁ ਹੋ ਰਹੀ ਹੈ। ਅਸੀਂ ਵਾਰ-ਵਾਰ ਗੱਲ ਕਰ ਰਹੇ ਹਾਂ ਕਿ ਕਿਸਾਨਾਂ ਦਾ ਸਵਾਲ ਹੈ। ਦੋਸਤੋ, ਮੇਰੇ ਹਿਸਾਬ ਨਾਲ ਇਹ ਸਿਰਫ ਕਿਸਾਨੀ ਦਾ ਸਵਾਲ ਨਹੀਂ ਹੈ, ਇਹ ਮੇਰੇ ਦੇਸ਼ ਦਾ ਸਵਾਲ ਹੈ, ਕਿਉਂਕਿ ਮੇਰੇ ਦੇਸ਼ ਦੀ ਆਰਥਿਕਤਾ ਦਾ ਇੱਕ ਬਹੁਤ ਵੱਡਾ ਮਸਲਾ ਕਿਸਾਨੀ ਨਾਲ ਵੀ ਜੁੜਿਆ ਹੈ। ਪਰ ਹੈਰਾਨੀ ਦੀ ਗੱਲ ਇਹ ਆ ਕਿ ਪੰਜਾਬ ਦੇ ਵਿੱਚ ਜਿੰਨਾ ਅੰਦੋਲਨ ਚੱਲ ਰਿਹਾ ਹੈ, ਬਹੁਤ ਸਾਰੇ ਲੋਕਾਂ ਨੂੰ ਇਹ ਆਰਡੀਨੈਂਸ ਦਾ ਤਾਂ ਪਤਾ ਕਿ ਕਿਸਾਨੀ ਦੇ ਖਿਲਾਫ 3 ਆਰਡੀਨੈਂਸ ਪਾਸ ਹੋਏ ਨੇ, ਜਿਹੜੇ ਹੁਣ ਐਕਟ ਵੀ ਬਣ ਗਏ ਨੇ। ਕੱਲ੍ਹ ਨੂੰ ਜੇ ਰਾਸ਼ਟਰਪਤੀ ਨੇ ਉਹਦੇ ਤੇ ਮੋਹਰ ਲਾ ਦਿੱਤੀ ਤੇ ਉਹ ਸਾਡੇ ਸੰਵਿਧਾਨ ਦੀ ਕਿਤਾਬ ਦੇ ਵਿੱਚ ਵੀ ਚੜ੍ਹ ਜਾਣਗੇ। ਪਰ ਬਹੁਤ ਲੋਕ ਨੇ ਜਿਨ੍ਹਾਂ ਨੂੰ ਇਹ ਨਹੀਂ ਪਤਾ ਕਿ ਉਸ ਤੋਂ ਅਗਲੇ ਦਿਨ ਸਾਡੀ ਲੋਕ ਸਭਾ ਦੇ ਵਿੱਚ ਮਜ਼ਦੂਰਾਂ ਦੇ ਖਿਲਾਫ ਵੀ ਬਿੱਲ ਪਾਸ ਹੋਏ ਨੇ। ਮਜ਼ਦੂਰਾਂ ਦੇ ਖਿਲਾਫ ਔਰ ਇੰਨੇ ਖਤਰਨਾਕ ਹੋਏ ਨੇ, ਔਰ ਕਿਸਾਨੀ ਤੋਂ ਵੀ ਜ਼ਿਆਦਾ ਖਤਰਨਾਕ ਕਹਿ ਸਕਦਾ ਮੈਂ ਉਹਨਾਂ ਨੂੰ। 300 ਜਿੱਥੇ ਵਰਕਰ ਕੰਮ ਕਰਦਾ ਜਿਸ ਫੈਕਟਰੀ ਦੇ ਵਿੱਚ, ਜੇ ਫੈਕਟਰੀ ਦਾ ਮਾਲਕ ਚਾਹੇ ਬਿਨਾਂ ਸਰਕਾਰ ਦੀ ਆਗਿਆ ਤੋਂ ਇੱਕ ਦਿਨ 'ਚ ਫੈਕਟਰੀ ਬੰਦ ਕਰ ਸਕਦਾ। ਇਹਦੇ ਤੋਂ ਵੱਡਾ ਕਹਿਰ ਤੁਸੀਂ ਸੋਚ ਕੇ ਦੇਖੋ ਕਿ ਹੋ ਸਕਦਾ ਹੈ ਕਿ 300 ਮਜ਼ਦੂਰ ਨੂੰ ਜਦੋਂ ਮਰਜ਼ੀ ਕੋਈ ਮਾਲਕ ਘਰ ਤੋਂ ਬਾਹਰ ਕੱਢ ਸਕਦਾ, ਉਹਨੂੰ ਬੇਰੁਜ਼ਗਾਰ ਕਰ ਸਕਦਾ ਹੈ। ਇਹਦਾ ਮਤਲਬ ਅਟੈਕ ਸਿਰਫ ਕਿਸਾਨਾਂ ਤੇ ਨਹੀਂ ਆ, ਨਾਲ ਦੀ ਨਾਲ ਮਜ਼ਦੂਰਾਂ ਤੇ ਵੀ ਹੈ। ਔਰ ਜੇ ਕਿਸਾਨਾਂ ਮਜ਼ਦੂਰਾਂ ਦੀ ਆਰਥਿਕਤਾ ਬਰਬਾਦ ਹੁੰਦੀ ਹੈ ਔਰ ਕਾਰਪੋਰੇਟ ਦੀ ਆਰਥਿਕਤਾ ਮਜ਼ਬੂਤ ਕੀਤੀ ਜਾਂਦੀ ਹੈ, ਜਿਵੇਂ ਕੀਤੀ ਜਾਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਦੇਸ਼ ਮੇਰਾ ਕਾਰਪੋਰੇਟ ਦਾ ਗੁਲਾਮ ਨਾ ਬਣੇ। ਕਿਉਂਕਿ ਅਸੀਂ ਇੱਕ ਗੁਲਾਮੀ ਅੰਗਰੇਜ਼ਾਂ ਦੀ ਪਹਿਲਾਂ ਵੀ ਦੇਖੀ ਸੀ, ਜਿਨ੍ਹਾਂ ਨੇ ਸਿੱਧਾ ਆ ਕੇ ਰਾਜ ਕੀਤਾ ਸੀ। ਹੁਣ ਬਿਨਾਂ ਆਏ ਤੋਂ ਕਾਰਪੋਰੇਟ ਦੀ ਸ਼ਕਲ ਦੇ ਵਿੱਚ ਤੁਹਾਡਾ ਦੇਸ਼ ਵੇਚਿਆ ਜਾ ਰਿਹਾ। ਕਲਾਕਾਰ ਨੂੰ ਬੇਸਿਕ ਪ੍ਰੋਬਲਮ ਇਹ ਹੈ, ਔਰ ਕਲਾਕਾਰ ਨੇ ਇਹਨਾਂ ਸਵਾਲਾਂ ਨੂੰ ਕਿਸੇ ਨਾ ਕਿਸੇ ਸ਼ਕਲ ਦੇ ਵਿੱਚ ਆਪਣੇ ਨਾਟਕਾਂ ਦੇ ਵਿੱਚ, ਆਪਣੇ ਗੀਤਾਂ ਦੇ ਵਿੱਚ, ਆਪਣੀਆਂ ਫਿਲਮਾਂ ਦੇ ਵਿੱਚ ਭਵਿੱਖ ਦੇ ਵਿੱਚ ਜ਼ਰੂਰ ਉਠਾਉਣਾ ਹੈ। ਬੇਸ਼ੱਕ ਅੱਜ ਅਸੀਂ ਆਵਾਜ਼ ਬੁਲੰਦ ਕਰ ਰਹੇ ਹਾਂ। ਇੱਕ ਗੱਲ ਕਹਿਣਾ ਚਾਹੁੰਦੀ ਹਾਂ ਕਿ ਹਰ ਵਾਰ ਕਲਾਕਾਰਾਂ ਨੂੰ ਤੇ ਸਿੰਗਰਾਂ ਨੂੰ ਪੁਆਇੰਟ ਆਊਟ ਕੀਤਾ ਜਾਂਦਾ ਹੈ ਕਿ ਗਾਣੇ ਗਾਉਂਦੇ ਨੇ, ਸਿਰਫ ਨੱਚਦੇ ਟੱਪਦੇ ਨੇ, ਹਥਿਆਰ ਪ੍ਰਮੋਟ ਕਰਦੇ ਨੇ, ਕੋਈ ਕਿਸੇ ਦੀ ਮਦਦ ਲਈ ਨਹੀਂ ਖੜਾ ਹੁੰਦਾ। ਲੇਕਿਨ ਅੱਜ ਸਾਡੇ ਸਿੰਗਰ ਭਰਾਵਾਂ ਨੇ, ਸਾਡੇ ਆਰਟਿਸਟ ਭਰਾਵਾਂ ਨੇ, ਹਰ ਵਰਗ ਦੇ ਆਰਟਿਸਟ ਨੇ ਆਪਣੇ ਆਪ ਨੂੰ ਨਾਲ ਖੜਾ ਕਰਕੇ ਇਹ ਸਾਬਤ ਕੀਤਾ ਹੈ ਕਿ ਸਾਨੂੰ ਵੀ ਤੁਹਾਡਾ ਦਰਦ ਹੈ, ਅਸੀਂ ਵੀ ਤੁਹਾਡੇ ਦਰਦ ਦੇ ਨਾਲ ਖੜੇ ਹਾਂ। ਅਸੀਂ ਵੀ ਉਹਨਾਂ ਕਿਸਾਨਾਂ ਦੇ ਬੱਚੇ ਆ, ਅਸੀਂ ਵੀ ਪਿੰਡਾਂ 'ਚ ਉੱਠ ਕੇ ਆਏ ਆ, ਅਸੀਂ ਵੀ ਆਪਣੇ ਬਾਪ ਦਾਦੇ ਦੀਆਂ ਲੱਤਾਂ ਫੜ ਕੇ ਸੁਹਾਗਿਆਂ ਤੇ ਝੂਟੇ ਲਏ ਆ, ਅਸੀਂ ਵੀ ਖੇਤਾਂ 'ਚ ਕੰਮ ਕਰਾਇਆ। ਭਈਆਂ ਜਦੋਂ ਸਾਡੇ ਖੇਤਾਂ ਦੇ ਵਿੱਚ ਭਈਏ ਕੰਮ ਕਰਦੇ, ਜੀਰੀ ਲਾਉਂਦੇ, ਅਸੀਂ ਰੋਟੀਆਂ ਪਕਾ ਪਕਾ ਕੇ ਆਪਣੀਆਂ ਮਾਵਾਂ ਦੇ ਪਸੀਨੇ ਚੋਂਦੇ ਵੇਖੇ ਆ। ਪਰ ਜੇ ਮੈਂ ਇੱਕ ਗੱਲ ਕਹਾਂ ਕਿ ਜੇ ਅਸੀਂ ਇਹ ਚਾਹੁੰਦੇ ਆ ਕਿ ਅਸੀਂ ਮੋਦੀਵਾਦ ਦੇ ਨਾਅਰੇ ਲਾ ਦਈਏ, ਪਰ ਜਿਹੜੀ ਸਰਕਾਰ ਸਾਡੇ ਹੱਕਾਂ ਦੀ ਰਾਖੀ ਨਹੀਂ ਕਰ ਸਕਦੀ, ਉਸ ਸਰਕਾਰ ਦੀ ਅਸੀਂ ਗੁਲਾਮੀ ਵੀ ਨਹੀਂ ਕਰ ਸਕਦੇ। ਮੈਂ ਇੱਕੋ ਚੀਜ਼ ਕਹਿਣਾ ਚਾਹੁੰਦੀ ਹਾਂ ਕਿ ਉਦੋਂ ਸਾਡੀ ਮਿਨਿਸਟਰੀ ਕਿਉਂ ਅੱਖਾਂ ਬੰਦ ਕਰਕੇ ਬੈਠੀ ਸੀ ਜਦੋਂ ਇਹ ਆਰਡੀਨੈਂਸ ਬਿੱਲ ਕੁਐਸਚਨਿੰਗ ਲਈ ਤੁਹਾਡੇ ਕੋਲ ਆਇਆ ਗਿਆ, ਤੁਹਾਡੀ ਅਪਰੂਵਲ ਲਈ ਆਇਆ ਗਿਆ। ਹੁਣ ਤੁਸੀਂ ਦਿਖਾਵਿਆਂ ਲਈ ਕਹਿੰਦੇ ਨੇ ਮਤਲਬ ਅਸਤੀਫੇ ਦਿੱਤੇ ਜਾ ਰਹੇ ਆ। ਹਰ ਬੰਦਾ ਕਹਿ ਰਿਹਾ ਅਸੀਂ ਤੁਹਾਡੇ ਨਾਲ ਆ। ਜੇ ਤੁਸੀਂ ਸਾਡੇ ਨਾਲ ਸੀ ਤਾਂ ਤੁਸੀਂ ਉਦੋਂ ਉਸ ਪੰਜਾਬ ਦੇ ਕਿਸਾਨ ਨੂੰ ਕਿਉਂ ਨਹੀਂ ਪੁੱਛਿਆ ਕਿ ਤੁਹਾਨੂੰ ਇਹ ਫੈਸਲੇ ਮਨਜ਼ੂਰ ਆ? ਫਿਰ ਸਾਡਾ ਕਿਸਾਨ ਅਗਰ ਹਾਂ ਕਰਦਾ ਤਾਂ ਕਰਦੇ। ਪਹਿਲਾਂ ਹੀ ਸਾਡਾ ਕਿਸਾਨ ਮਰ ਰਿਹਾ, ਸਪਰੇਆਂ ਪੀ ਕੇ ਮਰ ਰਿਹਾ, ਫਾਹੇ ਲਾ ਲਾ ਕੇ ਮਰ ਰਿਹਾ, ਰੋਜ਼ ਕਰਜ਼ੇ ਥੱਲੇ ਮਰ ਰਿਹਾ। ਲੇਕਿਨ ਰਹਿੰਦੀ ਖੁੰਦੀ ਕਸਰ ਹੁਣ ਸਰਕਾਰ ਨੇ ਇਹ ਕੱਢ ਦਿੱਤੀ ਹੈ ਕਿ ਸਾਡਾ ਕਿਸਾਨ ਯੂਪੀ ਬਿਹਾਰ ਦੇ ਭਈਆਂ ਵਾਂਗੂ ਦੂਸਰੇ ਸ਼ਹਿਰਾਂ 'ਚ, ਦੂਸਰੇ ਸਟੇਟਾਂ 'ਚ ਜਾ ਕੇ ਮਜ਼ਦੂਰੀ ਕਰੇ। ਅਸੀਂ ਮਾਲਕ ਹਾਂ, ਅਸੀਂ ਨੌਕਰ ਨਹੀਂ ਬਣ ਸਕਦੇ। ਅਸੀਂ ਦੇਣ ਵਾਲਿਆਂ 'ਚੋਂ, ਅਸੀਂ ਮੰਗਣ ਵਾਲਿਆਂ 'ਚੋਂ ਨਹੀਂ ਬਣ ਸਕਦੇ। ਲੇਕਿਨ ਸਾਨੂੰ ਮੰਗ ਤੇ ਬਣਾਉਣ ਦਾ ਪੂਰਾ ਜਿਹੜਾ ਇਹ ਮੈਨੀਫੈਸਟੋ ਤਿਆਰ ਕਰ ਲਿਆ ਗਿਆ ਵਾ। ਜੇ ਅਸੀਂ ਅੱਜ ਨਾ ਬੋਲੇ ਤਾਂ ਕਦੇ ਨਹੀਂ ਬੋਲ ਪਾਵਾਂਗੇ। ਹਰ ਘਰ 'ਚ ਭਗਤ ਸਿੰਘ ਨੂੰ ਜੰਮਣਾ ਪਏਗਾ, ਆਪਣੇ ਹੱਕਾਂ ਲਈ ਬੋਲਣਾ ਪਏਗਾ। ਕਹਿੰਦੇ ਨੇ ਹੁੰਦੇ ਗਾਂਧੀਗਿਰੀ ਉਨੀ ਦੇਰ ਤੱਕ ਚੱਲਦੀ ਆ ਜਿੰਨੀ ਦੇਰ ਤੱਕ ਤੁਹਾਨੂੰ ਕੋਈ ਸਮਝ ਨਾ ਆਵੇ। ਸਹਿਣ ਸ਼ਕਤੀ ਵੀ ਬਹੁਤ ਵੱਡੀ ਹੱਦ ਤੱਕ ਹੁੰਦੀ ਆ। ਜੇ ਤੁਹਾਡੇ ਹੱਕਾਂ ਦੀ ਰਾਖੀ ਦੇ ਲਈ ਤੁਹਾਨੂੰ ਮਿੱਠੇ ਹੋ ਕੇ ਬੋਲਣਾ ਪਏਗਾ ਤਾਂ ਜ਼ਰੂਰ ਆ। ਅਗਰ ਮਿੱਠੇ ਹੋ ਕੇ ਵੀ ਨਹੀਂ ਕੰਮ ਬਣਦਾ ਤਾਂ ਫਿਰ ਕਹਿੰਦੇ ਆ ਨਾ ਕਿ ਪੰਜਾਬੀਆਂ ਨੂੰ ਤੁਸੀਂ ਹਰ ਗੱਲ 'ਚ ਕਹਿ ਦਿੰਦੇ ਹੋ ਕਿ ਹਥਿਆਰ ਚੁੱਕਦੇ ਆ, ਹਥਿਆਰ ਚੁੱਕਦੇ ਆ। ਕਿਉਂ ਨਹੀਂ ਚੁੱਕਾਂਗੇ ਹਥਿਆਰ? ਸਾਡੇ ਬੱਚੇ ਭੁੱਖੇ ਮਰ ਰਹੇ ਆ, ਸਾਡੇ ਮਾਂ-ਪਿਓ ਫਾਹੇ ਲਾ ਕੇ ਮਰ ਰਹੇ ਆ, ਕਰਜ਼ਿਆਂ ਥੱਲੇ ਮਰ ਰਹੇ ਆ। ਸਾਡੇ ਅੱਜ ਬੱਚਾ ਰੋ ਰਿਹਾ ਵਾ। ਅੱਜ ਅਸੀਂ ਕਰੋਨੇ ਦੀ ਮਾਰ ਤੋਂ ਬਾਹਰ ਨਹੀਂ ਨਿਕਲੇ।
GST ਦੀ ਮਾਰ ਚੋਂ ਬਾਹਰ ਨਹੀਂ ਨਿਕਲੇ, ਨੋਟਬੰਦੀ ਦੀ ਮਾਰ ਚੋਂ ਬਾਹਰ ਨਹੀਂ ਨਿਕਲੇ, ਲੇਕਿਨ ਸਾਨੂੰ ਇੱਕ ਨਵੀਂ ਮਾਰ ਦਿੱਤੀ ਗਈ ਆ ਕਿ ਸਾਨੂੰ ਮੀਰ ਵੰਨੂ ਵਾਂਗੂ ਵੱਢਿਆ ਜਾ ਰਿਹਾ ਵਾ, ਸਾਨੂੰ ਸੋਇਆ ਵਾਂਗੂ ਵੱਢਿਆ ਜਾ ਰਿਹਾ, ਪਰ ਅਸੀਂ ਵੱਢਣ ਵਾਲਿਆਂ ਚੋਂ ਨਾ ਮੁੱਕਣ ਵਾਲਿਆਂ ਚੋਂ ਆ। ਅਸੀਂ ਇਹ ਵੀ ਸਰਕਾਰ ਨੂੰ ਦੱਸ ਦੇਣਾ ਚਾਹੁੰਦੇ ਆ, ਮੈਨੂੰ ਅਰੈਸਟ ਕਰਨਾ ਕਰ ਲਓ, ਪਰ ਮੈਂ ਇੱਕ ਚੀਜ਼ ਚਾਹੁੰਦੀ ਆ, ਜਿਨ੍ਹਾਂ ਦੀਆਂ ਜ਼ਮੀਨਾਂ ਨੇ, ਜਿਨ੍ਹਾਂ ਦੀ 10 ਬਾਏ 10 ਦੀ ਕਿਆਰੀ ਵੀ ਆ ਨਾ, ਉਹ ਵੀ ਆਪਣੀ ਖੁਰਪੀ ਰੰਬੀ ਲੈ ਕੇ ਸੜਕ ਤੇ ਆ ਗਿਆ, ਉਹਨੂੰ ਵੀ ਮਾਇਨੇ ਪਤਾ ਲੱਗ ਗਏ ਕਿ ਕਿਸਾਨੀ ਦੇ ਮਾਇਨੇ ਕੀ ਆ, ਮਜ਼ਦੂਰੀ ਦੇ ਮਾਇਨੇ ਕੀ ਆ। ਮੰਡੀਕਰਨ ਬੰਦ ਹੋ ਜਾਏਗਾ, ਕਿੰਨੇ ਲੋਕ ਸਾਡੇ ਬੇਰੋਜ਼ਗਾਰ ਹੋ ਜਾਣਗੇ, ਪੜ੍ਹੇ ਲਿਖੇ ਸਾਡੇ ਮੁੰਡੇ ਬੇਰੋਜ਼ਗਾਰ, ਨਸ਼ਿਆਂ 'ਚ ਪਾ ਦਿੱਤੇ ਗਏ, ਸਾਡਾ ਯੂਥ ਖਤਮ ਕਰ ਦਿੱਤਾ ਗਿਆ। ਕਿੰਨੇ ਕੀਤਾ? ਇਹਨਾਂ ਸਰਕਾਰਾਂ ਦੀ ਮਿਲੀ ਭੁਗਤ ਨੇ ਕੀਤਾ। ਹੁਣ ਸਾਡੇ ਉੱਤੇ ਆਹ ਥੋਪਿਆ ਗਿਆ, ਜਿਹੜਾ ਕਿਸਾਨ ਆਰਡੀਨੈਂਸ ਪਾਸ ਨਹੀਂ ਕੀਤਾ, ਸਾਡੇ ਉੱਤੇ ਇੱਕ ਇਹੋ ਜਿਹਾ ਵਾਰ ਕੀਤਾ ਗਿਆ ਜਿਹਦੇ ਨਾਲ ਅਸੀਂ ਬਿਲਕੁਲ ਖਤਮ ਹੋ ਜਾਈਏ, ਅਸੀਂ ਗੁਲਾਮੀ ਦੇ ਦਰਜੇ ਦੇ ਉੱਤੇ ਆ ਜਾਈਏ। ਅਸੀਂ ਉਹ ਨਹੀਂ ਕਰ ਸਕਦੇ। ਜੇ ਤੁਸੀਂ ਚਾਹੁੰਦੇ ਹੋ ਦੋਸਤੋ ਕਿ ਅਸੀਂ ਗੁਲਾਮੀ ਸਹਿ ਸਕਦੇ ਹਾਂ, ਤਾਂ ਤੁਸੀਂ ਇਸ ਚੀਜ਼ ਦਾ ਫੈਸਲਾ ਕਰਨਾ ਹੈ। ਅੱਜ ਅਸੀਂ ਬਾਹਰ ਨਿਕਲੇ ਹਾਂ, ਅੱਜ ਅਸੀਂ 50 ਦੀ ਤਾਦਾਦ 'ਚ, ਤੁਸੀਂ ਕੱਲ੍ਹ ਨੂੰ 5 ਲੱਖ ਬਣਾਓਗੇ, 5 ਕਰੋੜ ਬਣਾਓਗੇ, ਤੇ ਅਸੀਂ ਚਾਹਾਂਗੇ ਤਾਂ ਅਸੀਂ ਭਾਜਪਾ ਨੂੰ ਵੀ ਖਤਮ ਕਰਾਂਗੇ ਤੇ ਭਾਜਪਾ ਦੀ ਗੰਦੀ ਰਣਨੀਤੀ ਨੂੰ ਵੀ ਖਤਮ ਕਰਾਂਗੇ। ਅਸੀਂ ਨਹੀਂ ਹੋਣ ਦੇਵਾਂਗੇ ਇੱਥੇ ਕਿਸੇ ਦਾ ਵੀ ਗੁੰਡਾ ਰਾਜ। ਸਾਨੂੰ ਸਾਹਮਣੇ ਆਉਣਾ ਪਏਗਾ, ਸਾਨੂੰ ਆਪਣੇ ਹੱਕਾਂ ਲਈ ਲੜਨਾ ਪਏਗਾ। ਸੋ ਮੈਮ, ਕੁਝ ਕਲਾਕਾਰਾਂ ਵੱਲੋਂ ਵੀ ਇਸ ਜਿਹੜੇ ਆਰਡੀਨੈਂਸ ਹੈ ਇਹਨੂੰ ਸਮਰਥਨ ਦਿੱਤਾ ਗਿਆ, ਜਿਵੇਂ ਕੰਗਨਾ ਰਣੌਤ ਦੀ ਗੱਲ ਕਰ ਲਈਏ ਜਾਂ ਫਿਰ ਸਨੀ ਦਿਓਲ ਦੀ ਗੱਲ ਕਰ ਲਈਏ, ਉਹਨਾਂ ਵੱਲੋਂ ਸਮਰਥਨ ਦਿੱਤਾ ਗਿਆ। ਉਹਨਾਂ ਬਾਰੇ ਕੀ ਕਹਿਣਾ ਚਾਹੋਗੇ ਤੁਸੀਂ? ਕੰਗਣਾ ਕੀ ਜਾਣਦੀ ਹੈ ਖੇਤੀ ਬਾਰੇ? ਕੀ ਜਾਣਦੀ ਹੈ ਕੰਗਣਾ ਖੇਤੀ ਬਾਰੇ? ਕੀ ਪਤਾ ਕੰਗਣਾ ਨੂੰ ਕਿ ਖੇਤੀ ਕੀ ਹੁੰਦੀ ਹੈ? ਕੀ ਹੁੰਦੀ ਹੈ ਪੇਟ ਦੀ ਭੁੱਖ? ਇਹਨਾਂ ਲੋਕਾਂ ਨੂੰ ਲੱਗਦਾ ਹੈ ਕਿ ਅਸੀਂ ਇੱਕ ਝਾਂਸੀ ਦੀ ਰਾਣੀ ਬਣ ਕੇ ਫਿਲਮ ਬਣਾ ਲਈ ਤੇ ਅਸੀਂ ਝਾਂਸੀ ਦੀ ਰਾਣੀ ਬਣ ਗਏ। ਉਹਨਾਂ ਦਾ ਘਾਟ ਹੈ ਗਿਆ, ਉਹਨਾਂ ਨੂੰ ਇਹ ਪਤਾ ਸੀ ਉਹਨਾਂ ਦਾ ਘਾਟ ਹੈ। ਉਹਨਾਂ ਨੂੰ ਆਪਣੇ ਘਰ ਦਾ ਦੁੱਖ ਆ, ਸਾਡੇ ਘਰ ਉਹਦਾ ਦੁੱਖ ਨਹੀਂ ਹੈਗਾ। ਅਸੀਂ ਦੱਸਣਾ ਚਾਹੁੰਦੇ ਹਾਂ ਕਿ ਸ਼ਾਇਦ ਉਹਨਾਂ ਦੇ ਮਾਈਂਡ 'ਚ ਨਹੀਂ ਹੈ ਕਿ 2006 ਦੇ ਵਿੱਚ ਇਹ ਬਿੱਲ ਬਿਹਾਰ ਦੇ ਵਿੱਚ ਵੀ ਪਾਸ ਹੋਇਆ ਸੀ, ਮੀਡੀਆ ਨੂੰ ਪਤਾ ਹੋਣਾ, ਤੇ ਬਿਹਾਰ ਦਾ ਕੀ ਹਾਲ ਆ। ਬਿਹਾਰ ਦੇ ਲੋਕ ਇੱਥੇ ਮਜ਼ਦੂਰੀ ਕਰਨ ਆਉਂਦੇ ਨੇ, ਤੇ ਅਸੀਂ ਹੈਰਾਨ ਆ ਸਰਕਾਰਾਂ ਤੇ ਵੀ ਉਹ ਇੱਕ ਐਕਸਪੈਰੀਮੈਂਟ ਕਰਕੇ ਦੇਖ ਚੁੱਕੇ ਆ, ਉਸ ਦੇ ਬਾਵਜੂਦ ਵੀ ਦੁਬਾਰਾ ਐਕਸਪੈਰੀਮੈਂਟ ਪੰਜਾਬ ਹਰਿਆਣਾ ਵਿੱਚ ਕਰਨਾ ਚਾਹੁੰਦੇ ਆ, ਤੇ ਉਹ ਭਿਖਾਰੀ ਬਣਾਉਣਾ ਚਾਹੁੰਦੇ ਆ ਜਾਂ ਕਿਸਾਨ ਨੂੰ ਰਾਜਾ ਬਣਾਉਣਾ ਚਾਹੁੰਦੇ। ਸਾਨੂੰ ਸਮਝ ਨਹੀਂ ਕੀ ਹਾਲ ਹੋਇਆ। ਅਮਰੀਕਾ ਵਰਗੀਆਂ ਕੰਟਰੀਆਂ ਦੇ ਵਿੱਚ ਇਹ ਬਿੱਲ ਪਾਸ ਨਹੀਂ ਹੋਇਆ, ਇਹ ਬਿੱਲ ਮਤਲਬ ਕਿ ਸਕਸੈਸਫੁਲ ਨਹੀਂ ਹੋਇਆ। ਤੁਸੀਂ ਵੀ ਜਾਣਦੇ, ਮੀਡੀਆ ਵੀ ਜਾਣਦਾ, ਅਸੀਂ ਵੀ ਜਾਣਦੇ ਹਾਂ। ਜਿਹੜੀਆਂ ਕੰਟਰੀਆਂ ਦੇ ਵਿੱਚ ਇਹ ਸਕਸੈਸਫੁਲ ਹੋਇਆ ਉੱਥੇ ਸਬਸਿਡੀ ਜ਼ਿਆਦਾ, ਜਾਂ ਤਾਂ ਸਾਡੇ ਕਿਸਾਨਾਂ ਨੂੰ ਉਨੀ ਸਬਸਿਡੀ ਦਿੱਤੀ ਜਾਵੇ ਤਾਂ ਜੋ ਇੱਦਾਂ ਦੇ ਅਸੀਂ ਹਾਲਾਤਾਂ ਦੇ ਲਈ ਤਿਆਰ ਹੋ ਸਕੀਏ। ਸਾਨੂੰ ਸਹੂਲਤਾਂ ਦਿੱਤੀਆਂ ਨਹੀਂ ਜਾ ਰਹੀਆਂ ਤੇ ਉੱਪਰ ਬੋਝ ਹੋਰ ਜ਼ਿਆਦਾ ਪਾਇਆ ਜਾ ਰਿਹਾ। ਤੇ ਮੈਂ ਸਰਕਾਰਾਂ ਨੂੰ, ਸਾਡੀ ਸਾਰਿਆਂ ਨੂੰ ਇਹੀ ਅਪੀਲ ਹੈ ਕਿ ਥੋੜਾ ਜਿਹਾ ਧਿਆਨ ਰੱਖਣ। ਕੰਗਣਾ ਰਣੌਤ ਜਾਂ ਸਨੀ ਦਿਓਲ ਮਤਲਬ ਸਾਥੋਂ ਵੱਡੇ ਨੇ, ਸਾਥੇ ਸੀਨੀਅਰ ਨੇ, ਪਰ ਸ਼ਾਇਦ ਉਹਨਾਂ ਨੇ ਐਕਸਪੈਰੀਮੈਂਟ ਜਾਂ ਦੇਖਿਆ ਨਹੀਂ ਇਹ ਵੀ ਹੋ ਕੀ ਰਿਹਾ। ਉਹ ਗਰਾਊਂਡ ਲੈਵਲ ਤੱਕ ਹੈ ਨਹੀਂ। ਬਾਲੀਵੁੱਡ ਐਕਟਰ ਧਰਮਿੰਦਰ ਦੀ ਗੱਲ ਕਰੀਏ, ਉਹ ਆਪਣੇ ਆਪ ਨੂੰ ਕਿਸਾਨ ਕਹਿੰਦੇ ਨੇ। ਪੂਰੇ ਲੋਕਡਾਊਨ ਦੇ ਦੌਰਾਨ ਉਹਨਾਂ ਨੇ ਆਪਣੇ ਫਾਰਮ ਹਾਊਸ ਤੋਂ ਵੀਡੀਓਜ਼ ਅਪਲੋਡ ਕੀਤੀਆਂ, ਤਸਵੀਰਾਂ ਅਪਲੋਡ ਕੀਤੀਆਂ, ਖੇਤੀ ਕਰਦੇ ਦਿਖਾਏ ਗਏ। ਫਿਰ ਵੀ ਸਨੀ ਦਿਓਲ ਵੱਲੋਂ ਜਿਹੜਾ ਭਾਜਪਾ ਦਾ ਸਾਥ ਦਿੱਤਾ ਗਿਆ, ਮੋਦੀ ਸਰਕਾਰ ਦਾ ਸਾਥ ਦਿੱਤਾ ਗਿਆ, ਇਹਦੇ ਤੇ ਤੁਸੀਂ ਕੀ ਕਹਿਣਾ ਚਾਹੋਗੇ? ਕਿਉਂਕਿ ਉਹਨਾਂ ਨੇ ਮਿਹਨਤ ਨਹੀਂ ਕੀਤੀ, ਉਹਨਾਂ ਨੇ ਕਹੀ ਨਹੀਂ ਵਾਈ, ਉਹਨਾਂ ਨੇ ਅੱਜ ਤੱਕ ਖੇਤਾਂ 'ਚ ਕੰਮ ਕਰਕੇ ਨਹੀਂ ਦੇਖਿਆ। ਸਾਡਾ ਪੰਜਾਬ ਕਿੱਥੋਂ ਦਾ ਸੋਨੇ ਦੀ ਚਿੜੀ ਕਿਹਾ ਜਾਂਦਾ ਸੀ, ਅੱਜ ਉਹ ਸੋਨੇ ਦੀ ਚਿੜੀ ਕਿੱਥੇ ਆ? ਖਤਮ ਕਰਤਾ ਇਹਨਾਂ ਲੋਕਾਂ ਨੇ। ਜਿਹੜੇ ਫਾਰਮ ਹਾਊਸ 'ਚ ਬੈਠ ਕੇ ਉਹ ਵੀਡੀਓ ਬਣਾਉਂਦੇ ਆ, ਕੀ ਉਹ ਕੱਸੀ ਤੇ ਖੁਰਪਾ ਲੈ ਕੇ ਖੁਦ ਉੱਥੇ ਖੇਤੀ ਕਰਦੇ ਆ? ਉਹ ਵੀ ਉੱਥੇ ਮਜ਼ਦੂਰ ਖੇਤੀ ਕਰ ਰਿਹਾ। ਉਹ ਜਿਹੜੀ ਗੋਭੀ ਦਾ ਫੁੱਲ ਰੱਖ ਕੇ ਫੋਟੋ ਖਿੱਚਦੇ ਆ ਨਾ, ਉਹ ਵੀ ਉਹ ਮਜ਼ਦੂਰਾਂ ਦੀ ਉਗਾਈ ਹੋਈ ਆ। ਉਹ ਮਿਹਨਤ ਕਰਦੇ ਆ, ਧਰਤੀ ਪੁੱਟਦੇ ਆ, ਮਸ਼ੀਨਾਂ ਬਹਾਉਂਦੇ ਆ, ਤਾਂ ਜਾ ਕੇ ਉਹ ਗੋਭੀ ਦੇ ਫੁੱਲ ਤੱਕ ਕੇ ਫੋਟੋ ਪਾਉਂਦੇ ਆ ਕਿ ਅੱਜ ਮੈਂ ਆਪਣੇ ਬਗੀਚੇ 'ਚੋਂ ਗੋਭੀ ਤੋੜੀ, ਅੱਜ ਲੌਕੀ ਤੋੜੀ, ਅੱਜ ਘੀਆ ਤੋੜੀ। ਇਸ ਕਰਕੇ ਕਿਸਾਨੀ ਜਿਹੜੀ ਆ ਉਹ ਹੱਡ ਪਸੀਨੇ ਦੀ ਕਮਾਈ ਆ। ਲੋਕਡਾਊਨ 'ਚ ਤਾਂ ਸਾਰੇ ਵਿਹਲੇ ਹੋ ਗਏ ਸੀ, ਉਹਨਾਂ ਨੂੰ ਤਾਂ ਵਿਹਲੇ ਕੰਮ ਚਾਹੀਦਾ। ਭਾਜੀ ਵੇਚਣ ਨਹੀਂ ਜਾਣਾ ਗੋਭੀ ਜਾਂ ਕੋਈ ਚੀਜ਼ ਵੇਚਣ ਨਹੀਂ ਜਾਣਾ। ਜਿਹੜੇ ਕਿਸਾਨ ਨੇ ਦਾ ਦਰਦ ਕਿਸਾਨਾਂ ਨੂੰ ਹੀ ਪਤਾ, ਤੇ ਅਸੀਂ ਉਹਨਾਂ ਦੇ ਹੱਕ 'ਚ ਖੜੇ ਆ ਤੇ ਖੜੇ ਰਵਾਂਗੇ। ਔਰ ਦੂਸਰਾ, ਜਿੰਨੀਆਂ ਵੀ ਲੇਡੀਜ਼ ਘਰੇ ਬੈਠੀਆਂ ਨੇ, ਜਿੰਨੇ ਵੀ ਸਾਡੇ ਫੀਮੇਲ ਐਕਟਰਸ ਘਰੇ ਬੈਠੇ ਨੇ, ਅਸੀਂ ਉਹਨਾਂ ਨੂੰ ਕਹਿਣਾ ਚਾਹੁੰਦੇ ਹਾਂ ਕਿ ਉਹ ਵੀ ਘਰਾਂ 'ਚੋਂ ਬਾਹਰ ਨਿਕਲਣ, ਕਿਉਂਕਿ ਅੱਜ ਕਿਸਾਨ ਵੀਰਾਂ ਨਾਲ ਉਹਨਾਂ ਦੇ ਵੀਰ ਹੀ ਨਹੀਂ, ਉਹਨਾਂ ਦੀਆਂ ਭੈਣਾਂ ਵੀ ਖੜੀਆਂ ਨੇ। ਅਸੀਂ ਉਹਨਾਂ ਨੂੰ ਦੱਸਣਾ ਚਾਹੁੰਦੇ ਹਾਂ ਕਿ ਅਸੀਂ ਵੀ ਮੋਢੇ ਨਾਲ ਮੋਢਾ ਜੋੜ ਕੇ ਉਹਨਾਂ ਦਾ ਸਾਥ ਦੇਵਾਂਗੇ, ਇਸ ਬਿੱਲ ਨੂੰ ਪਾਸ ਨਹੀਂ ਹੋਣ ਦੇਵਾਂਗੇ। ਸੈਂਪਲ ਸਰ, ਮੇਰਾ ਸਵਾਲ ਤੁਹਾਡੇ ਨਾਲ ਆ। ਤੁਸੀਂ ਸ਼ੁਰੂ ਤੋਂ ਲੈ ਕੇ ਕਿਸਾਨਾਂ ਦੇ ਹੱਕ ਦੀਆਂ ਗੱਲਾਂ ਕੀਤੀਆਂ, ਬਹੁਤ ਜਗ੍ਹਾ ਨਾਟਕ ਕੀਤੇ, ਰੰਗਮੰਚ ਨੂੰ ਬਹੁਤ ਜ਼ਿਆਦਾ ਉਤਸ਼ਾਹਿਤ ਕੀਤਾ। ਅਸੀਂ ਖੁਦ ਤੁਹਾਡੇ ਨਾਟਕ ਦੇਖ ਦੇਖ ਵੱਡੇ ਹੋਏ ਆ, ਤੇ ਇਹ ਬਿੱਲ ਪਾਸ ਹੋ ਗਿਆ। ਕੀ ਲੱਗਦਾ ਕਿ ਕੀ ਕਰਨਾ ਚਾਹੀਦਾ, ਕੀ ਆਪਣਾ ਫਰਜ਼ ਬਣਦਾ ਆ ਕਲਾਕਾਰ ਹੋਣ ਦੇ ਨਾਤੇ? ਤੁਹਾਨੂੰ ਕੀ ਲੱਗਦਾ ਕਿ ਇੱਕ ਕਲਾਕਾਰ ਦਾ ਕਿਸਾਨਾਂ ਦੇ ਪ੍ਰਤੀ ਕੀ ਫਰਜ਼ ਹੈ? ਕਲਾਕਾਰ ਦਾ ਸਿਰਫ ਕਿਸਾਨਾਂ ਪ੍ਰਤੀ ਨਹੀਂ, ਕਲਾ ਜਿਹੜੀ ਆ ਉਹ ਕਿਤੋਂ ਬਾਹਰੋਂ ਪਿੱਲਰ ਨਹੀਂ ਉਤਰਨੇ ਕਿ ਕੋਈ ਲਾਈਟ ਉਤਰੂਗੀ ਤੁਹਾਨੂੰ ਗਿਆਨ ਹੋ ਜਾਏਗਾ। ਜਿਹੜੀ ਵੀ ਕਲਾ ਕਿਸੇ ਵੀ ਰੂਪ ਦੇ ਵਿੱਚ ਆਪਣਾ ਜਨਮ ਲੈਂਦੀ, ਉਹ ਸਮਾਜ 'ਚੋਂ ਆਉਂਦੀ ਹੈ। ਚਾਹੇ ਗੀਤ ਹੋਣ, ਚਾਹੇ ਨਾਟਕ ਹੋਣ, ਚਾਹੇ ਫਿਲਮਾਂ ਆਉਣੀਆਂ, ਸਕ੍ਰਿਪਟਾਂ, ਉਹ ਸਮਾਜ 'ਚੋਂ ਆਉਣੀਆਂ। ਤੇ ਸਾਡਾ ਸਮਾਜ, ਜਿਹੜੇ ਦੇਸ਼ 'ਚ ਅਸੀਂ ਰਹਿ ਰਹੇ ਹਾਂ, ਸਾਡਾ ਦੇਸ਼ ਹੈ, ਇਹ ਦਿਨੋਂ ਦਿਨ ਸਾਨੂੰ ਮਸ਼ੀਨ ਬਣਾਉਣ ਜਾ ਰਿਹਾ। ਮਸ਼ੀਨਾਂ ਚੱਲਦੀਆਂ ਫਿਰਦੀਆਂ ਲਾਸ਼ਾਂ, ਜਿਨ੍ਹਾਂ ਅੰਦਰ ਦੁੱਖ ਦਰਦ ਨਹੀਂ ਹੁੰਦਾ। ਤੇ ਕਲਾਕਾਰ ਉਹ ਲੋਕ ਹੁੰਦੇ ਨੇ ਜਾਤੀ, ਧਰਮ ਤੇ ਆਪਦੀ ਬੋਲੀ ਭਾਸ਼ਾ ਤੋਂ ਵੀ ਉੱਪਰ ਉੱਠ ਜਾਂਦੇ ਆ, ਸਰਹੱਦਾਂ ਪਾਰ ਕਰ ਜਾਂਦੇ। ਕਿਉਂ? ਕਿਉਂਕਿ ਕਲਾ ਉਹਨਾਂ ਦੇ ਅੰਦਰ ਸੈਂਸਿਟਿਵਿਟੀ,
ਸੂਖਮਤਾ, ਦੂਜਿਆਂ ਦਾ ਦਰਦ ਮਹਿਸੂਸ ਕਰਨਾ, ਇਹ ਜਿਹੜੀ ਹੈ ਚੀਜ਼ ਉਹਨਾਂ ਦੇ ਅੰਦਰ ਭਰ ਦਿੰਦੀ ਆ। ਸੋ ਅੱਜ ਜੇ ਕਿਸਾਨਾਂ ਦੇ ਹੱਕ 'ਚ, ਮਜ਼ਦੂਰਾਂ ਦੇ ਹੱਕ ਦੇ ਵਿੱਚ ਕਲਾਕਾਰ ਨਿੱਤਰ ਰਹੇ ਆ ਤਾਂ ਉਹਨਾਂ ਦਾ ਜਾਗਦੇ ਹੋਣ ਦਾ ਉਹਦੇ ਬਾਰੇ ਆਪਦਾ ਰਿਐਕਸ਼ਨ ਜੋ ਉਹਦੇ ਹੱਕ 'ਚ ਨੇ ਜਾਂ ਵਿਰੋਧ 'ਚ ਨੇ ਉਹਦੇ ਰਾਹੀਂ ਸਾਹਮਣੇ ਆਉਣ। ਤੇ ਮੇਰੇ ਖਿਆਲ 'ਚ ਬਾਰ-ਬਾਰ ਗੱਲ ਹੋ ਰਹੀ ਹੈ ਕਿ ਜਿਹੜੀਆਂ ਸਰਕਾਰਾਂ ਨੇ ਜਾਂ ਕਲਾਕਾਰ ਵੀ ਇਹ ਨਹੀਂ ਮੰਨ ਲੈਣਾ ਚਾਹੀਦਾ ਕਿ ਅਸੀਂ ਕਲਾਕਾਰ ਕੋਈ ਬਹੁਤ ਜ਼ਿਆਦਾ ਪਵਿੱਤਰ ਹੁੰਦੇ ਆ ਚਾਹੇ ਕੋਈ ਹੋਰ ਹੈ। ਸਾਡੇ ਵਿੱਚ ਵੀ ਉਹੀ ਹੀ ਬਾਕੀ ਸਮਾਜ ਦੇ ਵਿਅਕਤੀਆਂ ਵਰਗਾ ਦਿਮਾਗ ਹੁੰਦਾ ਹੈ। ਅਜੇ ਸਿੱਧੇ ਤੌਰ ਤੇ ਜਾ ਕੇ ਸਾਡੇ ਦੇਸ਼ ਦੇ ਵਿੱਚ ਇਹ ਗੱਲ ਨਹੀਂ ਪੈਦਾ ਕਰ ਸਕੇ ਕਿ ਸਭ ਤੋਂ ਮਹੱਤਵਪੂਰਨ ਜਿਹੜਾ, ਜਿਵੇਂ ਬਾਬੇ ਨਾਨਕ ਦਾ ਸਿਧਾਂਤ ਹੈ ਕਿ ਸਭ ਤੋਂ ਮਹੱਤਵਪੂਰਨ ਜਿਹੜਾ ਬੰਦਾ ਉਹ ਕਿਰਤ ਕਰਨ ਵਾਲਾ, ਉਹ ਵੀ ਹੱਥ ਦੀ ਕਿਰਤ ਕਰਨ ਵਾਲਾ। ਫਿਰ ਜਦੋਂ ਹੱਥ ਦੀ ਕਿਰਤ ਕਰਨ ਵਾਲੇ ਬੰਦੇ ਬਾਰੇ ਅਸੀਂ ਸੋਚਾਂਗੇ, ਉਹਦੇ ਪ੍ਰਤੀ ਸਾਡਾ ਮੋਹ ਜਾਗੂਗਾ, ਤਾਂ ਫਿਰ ਜਿਹੜੇ ਆ ਕਾਫਲੇ ਆ ਅੱਜ ਚੱਲ ਰਹੇ ਆ ਕਿਸਾਨਾਂ ਦੇ ਹੱਕ 'ਚ ਚੱਲ ਰਹੇ ਆ, ਕੱਲ ਨੂੰ ਇੱਕ ਇੱਕ ਫਿਲਮ, ਇੱਕ ਇੱਕ ਗੀਤ, ਇੱਕ ਇੱਕ ਨਾਟਕ, ਇੱਕ ਇੱਕ ਕਵਿਤਾ ਇਹਨਾਂ ਲੋਕਾਂ ਦੇ ਹੱਕ ਦੇ ਵਿੱਚ ਭੁਗਤੂਗੀ। ਤੇ ਉਹ ਸਮਾਂ ਆ ਗਿਆ ਜਦੋਂ ਕਲਾਕਾਰ ਆਪਦੇ ਅੰਦਰੋਂ ਬਾਕੀ ਚੀਜ਼ਾਂ ਨੂੰ ਥੋੜਾ ਆਸੇ-ਪਾਸੇ ਕਰਕੇ, ਜਿਹੜੀਆਂ ਕਿ ਸਾਡੇ ਮਾਈਂਡ ਦਾ ਹਿੱਸਾ ਹੁੰਦੀਆਂ ਦਿਮਾਗ ਦਾ, ਉਹਨਾਂ ਨੂੰ ਥੋੜਾ ਪਾਸੇ ਕਰਕੇ ਸਿੱਧੇ ਤੌਰ ਤੇ ਇੱਕ ਕਿਰਤ ਕਰਨ ਵਾਲੇ ਬੰਦੇ ਨਾਲ ਜੁੜ ਰਹੇ ਆ। ਤਾਂ ਮੇਰਾ ਖਿਆਲ ਇਹ ਬਹੁਤ ਵਧੀਆ ਗੱਲ ਹੈ। ਤੇ ਬਾਕੀ ਕਲਾ ਜਿੱਥੇ ਸਾਨੂੰ ਇਹ ਸਿਖਾ ਦਿੰਦੀ ਹੈ ਕਿ ਅਸੀਂ ਨਾਟਕ ਕਰੀਏ, ਅਸੀਂ ਫਿਲਮਾਂ ਦੇ ਵਿੱਚ ਐਕਟਿੰਗ ਕਰੀਏ, ਤਾਂ ਉਹ ਨਾਲ ਨਾਲ ਬਾਕੀ ਵੀ ਚੀਜ਼ਾਂ ਡਾਂਗ ਸੋਟੇ ਵਾਲੀਆਂ ਸਿਖਾ ਦਿੰਦੀ ਹੈ। ਕਿਉਂਕਿ ਮੈਂ ਇਸ ਬਿਹੇਵੀਅਰ ਦਾ ਬੰਦਾ ਹਾਂ ਕਿ ਜਦੋਂ ਫਿਰ ਟਾਈਮ ਲੰਘਿਆ ਤੇ ਫਿਰ ਉਹ ਬਾਕੀ ਚੀਜ਼ਾਂ ਵੀ ਦੇਖ ਲਾਈਆਂ ਜਾਣਗੀਆਂ। ਮੇਰਾ ਖਿਆਲ ਕੋਈ ਬਹੁਤਾ ਵੱਡਾ ਮਸਲਾ ਨਹੀਂ ਹੁੰਦਾ, ਪਹਿਲਾਂ ਕਲਾ ਰਹੀ। ਸੋ ਕਿਸਾਨ ਕਲਾਕਾਰ ਮਜ਼ਦੂਰ ਏਕਤਾ ਜਿੰਦਾਬਾਦ, ਕਿਸਾਨ ਕਲਾਕਾਰ ਮਜ਼ਦੂਰ ਏਕਤਾ। ਅੱਜ 17 ਦੇ ਵਿੱਚ ਵੀ ਸਟੂਡੈਂਟ ਯੂਨੀਅਨਾਂ ਬਹੁਤ ਸਾਰੀਆਂ ਕਰ ਰਹੀਆਂ ਉੱਥੇ ਇਕੱਠ, ਤੇ ਜਿਹੜੇ ਸਾਥੀ ਉੱਥੇ ਜਾਣਾ ਚਾਹਣ ਇਸ ਤੋਂ ਬਾਅਦ 17 ਦੇ ਵਿੱਚ ਵੀ ਹਾਲੇ ਕੁਝ ਅੱਧੇ ਟੀਮ ਦੇ ਬੰਦੇ ਆ ਰਹੇ ਨੇ ਕਿਤੇ ਔਰ ਰੋਪੜ ਗਏ ਹੋਏ ਸੀ ਮਲਕੀਤ ਭਾਜੀ ਹੋਰੀ, ਔਰ ਸਾਡੇ ਪ੍ਰਧਾਨ ਜੋ ਹੈਗੇ ਨੇ ਗੁਰਪ੍ਰੀਤ ਕੁੱਗੀ ਭਾਜੀ, ਉਹ ਇਤਫਾਕ ਨਾਲ ਇੰਡੀਆ 'ਚ ਨਹੀਂ ਹੈਗੇ, ਉਹ ਬਾਹਰ ਗਏ ਹੋਏ ਨੇ, ਇੰਗਲੈਂਡ ਗਏ ਹੋਏ ਨੇ ਸ਼ੂਟਿੰਗ ਵਾਸਤੇ। ਬਟ ਬਾਕੀ ਹੋਰ ਜਿੰਨੇ ਵੀ ਕਲਾਕਾਰ ਆ ਸਕਦੇ ਸੀ ਅਸੀਂ ਆਏ ਹਾਂ, ਜੋ ਭਰਾ ਸਹਿਯੋਗ ਦੇ ਸਕਦੇ ਸੀ ਉਹ ਦਿੱਤਾ। ਹੱਕਾਂ ਦੀ ਗੱਲ ਕਰਨੀ, ਉਹ ਕਲਾਕਾਰ ਦਾ ਵੈਸੇ ਵੀ ਮੋਢੀ ਤੌਰ ਤੇ ਹੱਕ ਹੈਗਾ ਇਹ, ਠੀਕ ਹੈ। ਤੇ ਇਸ ਕਰਕੇ ਸਾਰੇ ਜਿਹੜੇ ਆਪਾਂ ਇਕੱਠੇ ਹੋਏ ਆ। ਵੈਸੇ ਕਿਉਂਕਿ ਜਿਹੜੀ ਸਾਡੀ ਰਾਜਨੀਤਿਕ ਪਾਰਟੀਆਂ ਨੇ ਜ਼ਿੰਦਗੀ ਦੇ ਵਿੱਚ ਆਪਾਂ ਦੇਖਦੇ ਆ, ਜੋ ਬਚਪਨ ਤੋਂ ਲੈ ਕੇ ਜਵਾਨ ਹੋਏ ਆ, ਸਾਡੀਆਂ ਰਾਜਨੀਤਿਕ ਪਾਰਟੀਆਂ ਜਿੰਨੀਆਂ ਵੀ ਨੇ, ਚਾਹੇ ABCD ਕੋਈ ਵੀ ਹੋਵੇ, ਮੈਂ ਨਾਂ ਨਹੀਂ ਲੈ ਸਕਦਾ ਨਾ ਮੈਂ ਲੈਣਾ, ਉਹ ਹਮੇਸ਼ਾ ਇਹ ਮੁੱਢ ਤੋਂ ਸਾਡੇ ਕਿਸਾਨਾਂ ਦੀਆਂ, ਸਾਡੇ ਛੋਟੇ ਲੋਕਾਂ ਦੀਆਂ ਇਹ ਵੈਰੀ ਹਮੇਸ਼ਾ ਰਹੀਆਂ ਨੇ ਤੇ ਰਹਿਣੀਆਂ। ਮੈਨੂੰ ਕਿਸੇ ਦੀ ਗੱਲਾਂ ਚੇਤੇ ਆਉਂਦੀਆਂ, ਇਹ 95-96 'ਚ ਕਿਸੇ ਨੇ ਲਿਖਿਆ ਸੀ ਆ ਰਾਜਨੀਤੀ ਬਾਰੇ ਨਾ, ਜਿਹਦਾ ਧਰਮ ਨਹੀਂ ਈਮਾਨ ਨਹੀਂ ਇਹ ਪੱਥਰ ਹੈ ਭਗਵਾਨ ਨਹੀਂ, ਜਿਹਦਾ ਧਰਮ ਨਹੀਂ ਈਮਾਨ ਨਹੀਂ ਇਹ ਪੱਥਰ ਹੈ ਭਗਵਾਨ ਨਹੀਂ, ਇਹ ਮੁੱਢ ਤੋਂ ਵੈਰਨ ਕੁੱਲੀਆਂ ਦੀ, ਜਿਹਦੀ ਮਹਿਲਾ ਨਾਲ ਪ੍ਰੀਤੀ ਹੈ ਇਹ ਜ਼ਾਲਮ ਰਾਜਨੀਤੀ ਹੈ। ਸੋ ਰਾਜਨੀਤੀ ਦੀ ਤੁਸੀਂ ਗੱਲ ਕੀਤੀ ਕਿ ਰਾਜਨੀਤੀ ਬੇਹੱਦ ਜ਼ਿਆਦਾ ਜ਼ਿੰਮੇਵਾਰ ਆ ਇਹਨਾਂ ਹਾਲਾਤਾਂ ਨੂੰ ਲੈ ਕੇ ਜੋ ਅੱਜ ਪੈਦਾ ਹੋ ਗਏ ਨੇ, ਤੇ ਲੋਕਾਂ ਨੂੰ ਜ਼ਿੰਮੇਵਾਰ ਸਮਝਦੇ ਹੋ ਜਿਨ੍ਹਾਂ ਨੇ ਵੋਟਿੰਗ ਟਾਈਮ ਸੋਚਣਾ ਸੀਗਾ, ਜਿਨ੍ਹਾਂ ਕੋਲੇ ਸਮਾਂ ਸੀਗਾ। ਬਹੁਤ ਵੱਡੀ ਗੱਲ ਹੈ ਜੀ, ਅਸੀਂ ਜ਼ਿੰਮੇਵਾਰ ਹਾਂ, ਖੁਦ ਜ਼ਿੰਮੇਵਾਰ ਹਾਂ ਅਸੀਂ ਲੋਕ, ਅਸੀਂ ਆਪ ਖੁਦ ਜ਼ਿੰਮੇਵਾਰ ਹੈ। ਸਰਕਾਰਾਂ ਜ਼ਿੰਮੇਵਾਰ ਹੈ ਹੀ ਨਹੀਂ। ਹੁਣ ਤਾਂ ਚੁਣ ਲੀਆਂ, ਅਸੀਂ ਬਿਠਾਤੀਆਂ ਜਾ ਕੇ ਤਖਤਾਂ ਤੇ, ਹੈ ਨਾ, ਉਹ ਬਿਠਾਤੀ ਹੁਣ ਤਾਂ। ਕਿਉਂਕਿ ਅੱਜ ਹਰ ਬੰਦਾ ਨਰਿੰਦਰ ਮੋਦੀ ਨੂੰ ਗਾਲਾਂ ਕੱਢ ਰਿਹਾ ਆ, ਸੋਸ਼ਲ ਮੀਡੀਆ ਤੇ ਹੋ ਗਿਆ ਆ, ਕਮੈਂਟਸ ਸੈਕਸ਼ਨ ਦੀ ਗੱਲ ਕਰ ਲਈਏ, ਬਹੁਤ ਸਾਰੀਆਂ ਗੱਲਾਂ ਕਹੀਆਂ ਜਾ ਰਹੀਆਂ ਨੇ, ਸਿੱਧੇ ਤੌਰ ਤੇ ਕਹੀਆਂ ਜਾ ਰਹੀਆਂ, ਸਿੱਧੇ ਤੌਰ ਤੇ ਕਹੀਆਂ ਜਾ ਰਹੀਆਂ, ਪਰ ਕਿਤੇ ਨਾ ਕਿਤੇ ਜ਼ਿੰਮੇਵਾਰੀ ਉਦੋਂ ਸਾਡੀ ਬਣਦੀ ਸੀ ਕਿ ਅਸੀਂ ਇੱਕ ਸਹੀ ਨੇਤਾ ਚੁਣਦੇ ਜਿਹੜੇ ਕਿ ਸਾਡੇ ਹੱਕਾਂ ਦੀ ਗੱਲ ਕਰਦਾ, ਪਰ ਉਸ ਦੇ ਉਲਟ ਅਸੀਂ ਕਿਸੇ ਕਾਰਨਾਂ ਕਰਕੇ ਗਲਤ ਨੇਤਾ ਚੁਣ ਲਿਆ ਤੇ ਅੱਜ ਸਾਨੂੰ ਉਸੇ ਦਾ ਅੰਜਾਮ ਭੁਗਤਣਾ ਪੈ ਰਿਹਾ। ਹਰ ਪਾਸੇ ਦੇਖੋ ਜੀ, ਆਪਾਂ GST ਤੋਂ, ਆਪਣਾ ਨੋਟਬੰਦੀ ਤੋਂ ਲੈ ਕੇ GST ਤੋਂ ਬਾਅਦ ਚਲੋ ਮਾਰਾਂ ਹੀ ਹੁਣ ਤੱਕ ਪੈਂਦੀਆਂ ਆ ਰਹੀਆਂ ਨੇ। ਕੌਣ ਖੜਿਆ ਲਾਈਨਾਂ ਦੇ ਵਿੱਚ? ਅਸੀਂ ਲੋਕ ਖੜੇ ਆ ਲਾਈਨਾਂ ਦੇ ਵਿੱਚ, ਇਹ ਖੜੇ ਨੇ ਤਾਂ ਮਹਿਲਾਂ 'ਚ ਬੈਠੇ ਨੇ, ਠੀਕ ਹੈ ਨਾ। ਦੇਖੋ ਪਾਰਟੀ ਕੋਈ ਮਾੜੀ ਨਹੀਂ ਹੁੰਦੀ, ਪਾਰਟੀ ਠੀਕ ਹੈ। ਤੁਸੀਂ ਕਿਹੜਾ ਇਨਸਾਨ ਵਧੀਆ, ਜਿਹੜਾ ਤੁਹਾਡਾ ਨੇਤਾ ਹੈ ਉਹ ਤੁਹਾਡੇ ਹੱਕਾਂ ਲਈ ਕਿੰਨਾ ਕੁ ਖਰਾ ਉਤਰਦਾ? ਵੈਸੇ ਸਾਨੂੰ 5 ਸਾਲਾਂ 4 ਸਾਲਾਂ 'ਚ ਪਤਾ ਲੱਗ ਹੀ ਜਾਂਦਾ ਹੈ। ਚੰਗੀ ਚੁਣਦਾ ਪਾਰਟੀ ਤਾਂ ਚੰਗੀ ਸੁਣਦਾ ਹੈ। 5 ਸਾਲ ਬਾਅਦ ਅਸੀਂ ਫਿਰ ਗਲਤੀ ਕਰਾਂਗੇ। ਨੇਤਾ ਬਣ ਜਾਂਦਾ ਹੈ, ਚਾਹੇ ਉਹ ਪ੍ਰਧਾਨ ਮੰਤਰੀ ਹੈ, ਚਾਹੇ ਮੁੱਖ ਮੰਤਰੀ ਹੈ, ਚਾਹੇ ਜੋ ਵੀ, ਜਦੋਂ ਕੁਰਸੀ ਤੇ ਬੈਠਦੇ ਇੱਕਦਮ ਹੀ ਚੇਂਜ ਹੋ ਜਾਂਦਾ। ਮੁੜ ਕੇ ਚੇਂਜ ਹੁੰਦਾ। ਕਿਉਂ ਚੇਂਜ ਹੁੰਦੇ? ਕਿਉਂ ਆਪਣੇ ਜਿਹੜੇ ਕੀਤੇ ਵਾਅਦੇ ਉਹ ਭੁੱਲ ਜਾਂਦੇ ਨੇ। ਉਹ ਜਿਹੜੀ ਪਬਲਿਕ ਨੇ ਉਹਨੂੰ ਜਿਤਾਇਆ ਹੁੰਦਾ, ਕੁਰਸੀ ਤੇ ਬਿਠਾਇਆ ਹੁੰਦਾ, ਇੰਨਾ ਉਹਨਾਂ ਨੂੰ ਮਾਣ ਬਖਸ਼ਿਆ ਹੁੰਦਾ ਇਕਜੁੱਟ ਹੋ ਕੇ, ਤੇ ਕਿਉਂ ਭੁੱਲ ਜਾਂਦੇ ਆਪਣੇ ਵਾਅਦੇ? ਲੋਕਾਂ ਦੇ ਹੱਕਾਂ ਦੀ ਗੱਲ ਕਰਨੀ ਬਹੁਤ ਜ਼ਰੂਰੀ ਹੈ, ਕਿਉਂਕਿ ਲੋਕਾਂ ਦੀ ਜਿੰਨੀਆਂ ਜ਼ਰੂਰਤਾਂ ਨੇ, ਬੇਸਿਕ ਜ਼ਰੂਰਤਾਂ ਨੇ, ਉਹ ਤਾਂ ਪਤਾ ਹੀ ਹੈ, ਆਪਾਂ ਸਭ ਨੂੰ ਪਤਾ ਹੈ ਨਾ। ਔਰ ਇਸ ਲੋਕਡਾਊਨ ਦਰਮਿਆਨ ਆਪਾਂ ਸਭ ਨੇ ਦੇਖ ਹੀ ਲਿਆ ਸਾਡੇ ਹਾਲਾਤ ਕੀ ਸੀਗੇ ਅੱਜ ਕਿਉਂਕਿ ਅਸੀਂ ਕਲਾਕਾਰ ਲੋਕ ਵੀ ਨਿੱਤ ਕਮਾ ਕੇ ਨਿੱਤ ਖਾਣ ਵਾਲੇ
ਦਿਹਾੜੀਦਾਰਾਂ ਜੀ ਦਿਹਾੜੀਦਾਰ ਅਸੀਂ ਵੀ ਸਟੈਂਡਰਡ ਤੇ ਦਿਹਾੜੀਦਾਰ ਹੈ, ਅਸੀਂ ਵੀ ਦਿਹਾੜੀਦਾਰ ਹਾਂ ਅਸੀਂ ਵੀ ਦਿਹਾੜੀਦਾਰ ਹਾਲਾਤ ਹਾਂ। ਜਿਹੜੇ ਸਾਡੇ ਕਿਹੋ ਜਿਹੇ ਨੇ ਅਸੀਂ ਦੱਸ ਨਹੀਂ ਸਕਦੇ, ਬਿਆਨ ਨਹੀਂ ਕਰ ਸਕਦੇ, ਕਿਉਂਕਿ ਲਾਕਡਾਊਨ ਅਸੀਂ ਕਰਕੇ ਵੀ ਕਿਸਾਨਾਂ ਦੇ ਨਾਲ ਹੀ ਉਹਨਾਂ ਉਵੇਂ ਦਾ ਹੀ ਆ। ਰਾਸ਼ਨ ਕਿਸੇ ਨੂੰ ਮਿਲ ਗਿਆ, ਸਾਨੂੰ ਤਾਂ ਉਹ ਵੀ ਨਹੀਂ ਮਿਲਿਆ, ਇਸ ਤਾਂ ਮੰਗਣ ਚੱਲੀ ਵੀ ਨਹੀਂ ਹੈ ਕਿਸੇ ਤੋਂ। ਸਾਡੇ ਵਾਲੇ ਬੰਦੇ ਆ ਕਿ ਅਸੀਂ ਨਾ ਮੰਗ ਸਕਦੇ ਆ ਤੇ ਨਾ ਬਾਹਰ ਨਿਕਲ ਸਕਦੇ। ਨਾ ਦੇਖੋ ਸਾਡਾ ਕੋਈ ਇਹਨਾਂ ਨੇ ਬਿੱਲ ਪਾਸ ਕੀਤਾ, ਨਾ ਕੋਈ ਬਿਜਲੀ ਦੇ ਬਿੱਲ ਸਾਡੇ ਦੁੱਗਣੇ ਚੌਗਣੇ ਆ ਗਏ, ਉਹ ਸਾਡੇ ਪਾਸ ਨਹੀਂ ਕੀਤੇ, ਮਾਫ ਨਹੀਂ ਕੀਤੇ ਗਏ। ਪਾਸ ਤਾਂ ਨਹੀਂ ਆਪਣੇ ਬਿੱਲ ਕਰਤੇ ਮਾਫ ਨਹੀਂ ਕੀਤੇ ਜਿਹੜੇ ਬਿਜਲੀ ਨਾ ਦੇ ਬਿੱਲਾਂ ਦੇ ਇਹਨਾਂ ਨੇ ਕੀਤੇ ਆ ਨਾ, ਤੁਸੀਂ ਇਹ ਸੋਚੋ ਕਿ ਜਦੋਂ ਸਰਕਾਰ ਕੀ ਕਰ ਰਹੀ ਹੈ, ਲੋਕੀ ਤਾਂ 1 ਮਹੀਨੇ ਦਾ ਵਿਆਜ ਲੈਂਦੀ ਆ ਹਨਾ, ਜੇ ਤੁਹਾਡੇ ਬਿੱਲ ਨਹੀਂ ਦਿੱਤੇ ਜਾਂਦੇ ਇਹ 15 ਦਿਨਾਂ ਤੇ ਵਿਆਜ ਲਾ ਰਹੀ ਹੈ। ਸਾਨੂੰ ਤਾਂ ਹਰ ਪਾਸੇ ਮਾਰ ਰਹੀ ਹੈ। ਸਾਨੂੰ ਜਿਹੜੀਆਂ ਕਿਸ਼ਤਾਂ, ਕਿਸੇ ਨੇ ਗੱਡੀਆਂ ਲਈਆਂ, ਕਿਸੇ ਨੇ ਘਰ ਲਏ, ਕਿਸੇ ਨੇ ਕੁਝ ਹਰ ਕਿਸੇ ਦੀ ਮੇਰੇ ਖਿਆਲ ਘੱਟੋ ਘੱਟ ਜਿਹੜੇ ਕਲਾਕਾਰ ਉਹਨਾਂ ਦੇ 30 35 40 ਹਜ਼ਾਰ ਰੁਪਇਆ ਤਾਂ 50 ਹਜ਼ਾਰ ਰੁਪਏ ਮਹੀਨੇ ਦਾ ਇਹ ਜਿਹੜੀਆਂ ਕਿਸ਼ਤਾਂ ਨਿਕਲ ਜਾਂਦੀਆਂ ਆਉਂਦੀਆਂ ਨੇ। ਤੇ ਇਸ ਵਾਰੀ ਬਿਜਲੀ ਦੇ ਬਿੱਲ ਕਿੰਨੇ ਇਹਨਾਂ ਨੇ ਤੇ ਬਿਜਲੀ ਦੇ ਬਿੱਲ ਜਿਹੜੇ ਇਹਨਾਂ ਨੇ ਐਡੇ ਥਮਾਏ ਆ, ਸਾਡੇ ਵਰਗਿਆਂ ਤਾਂ ਕਿਸੇ ਪਾਸੇ ਕੋਈ ਹੈਲਪ ਨਹੀਂ ਹੈ। ਗੱਲ ਮੁੱਕਦੀ ਇਹ ਹੈ ਜੀ ਵੀ ਜਿਹੜੀਆਂ ਸਰਕਾਰਾਂ ਨੇ ਹਨਾ, ਉਹ ਆਮ ਬੰਦੇ ਵਾਸਤੇ ਉਹਨੂੰ ਸੋਚਣਾ ਬਹੁਤ ਜ਼ਰੂਰੀ ਹੈ। ਚਾਹੇ ਕਲਾਕਾਰ ਹੈ, ਚਾਹੇ ਸਾਡੀ ਕਿਸਾਨੀ ਹੈ, ਕਿਸਾਨ ਜਿੰਦਾ ਤੇ ਕਲਾਕਾਰ ਜਿੰਦਾ। ਕਿ ਇਹਨਾਂ ਨੇ ਮਿਡਲ ਕਲਾਸ ਫੈਮਲੀਆਂ ਨੂੰ ਮਾਰ ਕੇ ਰੱਖ ਦਿੱਤਾ, ਖਤਮ ਕਰਕੇ ਰੱਖ ਦਿੱਤਾ। ਕਿਉਂਕਿ ਦੇਖੋ ਜੀ ਜਿਹੋ ਜਿਹੇ ਮਾਹੌਲ ਚੱਲ ਰਹੇ ਨੇ, ਹਾਂ ਬਿਲਕੁਲ ਇਹ ਸ਼ੁਰੂ ਚੱਲਦਾ ਆ, ਇਹ ਮੁੱਢ ਤੋਂ ਚੱਲਦਾ ਆ ਰਿਹਾ। ਪਰ ਫਿਰ ਵੀ ਆਪਣਾ ਪਾਸ਼ ਸਾਹਿਬ ਨੇ ਲਿਖਦੇ ਸੀਗੇ, ਅਵਤਾਰ ਸਿੰਘ ਕਿ ਸੋਨੇ ਦੀ ਸਵੇਰ ਜਦੋਂ ਆਊ ਹਾਣੀ, ਨੱਚੂਗਾ ਅੰਬਰ ਭੂਮੀ ਗਾਊ ਹਾਣੀ। ਭੁੱਖਾ ਕਿਸੇ ਮਾਂ ਦਾ ਨਾ ਜਵਾਕ ਰਹੂਗਾ, ਸਾਰਿਆਂ ਦੇ ਨਾਲ ਇਨਸਾਫ ਹੋਊਗਾ। ਰੱਜ ਰੱਜ ਖਾਣਗੇ ਕਮਾਊ ਹਾਣੀਆਂ, ਨੱਚੂਗਾ ਅੰਬਰ ਭੂਮੀ ਗਾਊ ਹਾਣੀਆਂ। ਦੁਨੀਆ ਤੇ ਇੱਕੋ ਹੀ ਜਮਾਤ ਹੋਊਗੀ, ਰੋਜ਼ ਹੀ ਦੀਵਾਲੀ ਵਾਲੀ ਰਾਤ ਹੋਊਗੀ। ਤਕੜਾ ਨਾ ਮਾੜੇ ਨੂੰ ਡਰਾਊ ਹਾਣੀਆਂ, ਨੱਚੂਗਾ ਅੰਬਰ ਭੂਮੀ ਗਾਊ ਹਾਣੀਆਂ। ਇਹ ਮੈਂ ਹੋਰ ਗੱਲ ਕਹਿਣਾ ਚਾਹੁੰਦੀ ਹਾਂ, ਅਸੀਂ ਸ਼ੂਟਿੰਗ ਦੇ ਬਹਾਨੇ ਸਾਨੂੰ ਹਰ ਜਗ੍ਹਾ ਤੇ ਘੁੰਮਣ ਦਾ ਮੌਕਾ ਮਿਲਦਾ, ਚਾਹੇ ਉਹ ਗੁਜਰਾਤ ਆ, ਚਾਹੇ ਰਾਜਸਥਾਨ ਆ, ਚਾਹੇ ਹਿਮਾਚਲ ਆ, ਚਾਹੇ ਬੰਬੇ ਆ, ਚਾਹੇ ਦਿੱਲੀ, ਕਿਸੇ ਵੀ ਸਟੇਟ ਵਿੱਚ, ਚਾਹੇ ਉਹ ਬਿਹਾਰ ਕਿਉਂ ਨਾ ਹੋਵੇ, ਹੈ ਨਾ। ਮੈਂ ਇਹ ਵੇਖਦੀ ਹੁੰਦੀ ਹਾਂ ਕਿ ਸਭ ਤੋਂ ਜ਼ਿਆਦਾ ਜੇ ਅਨਾਜ ਪੈਦਾ ਹੁੰਦਾ ਸਾਡੇ ਪੰਜਾਬ 'ਚ, ਕਿਤੇ ਨਹੀਂ ਹੁੰਦਾਗਾ। ਕਿਉਂਕਿ ਤੁਸੀਂ ਬਿਹਾਰ ਵੱਲ ਵੇਖ ਲਓ, ਜਿਹੜੀ ਵੀ ਮਰਜ਼ੀ ਸਟੇਟ ਲੈ ਲਓ, ਸਾਰੇ ਸੁੱਕੇ ਹੀ ਪਏ ਆ, ਕਿਤੇ ਕਿਤੇ ਆਪਣੇ ਗੁਜ਼ਾਰੇ ਲਾਇਕ ਮਾੜਾ ਮੋਟਾ ਉਹਨਾਂ ਦਾ ਹੁੰਦਾ ਹੈ। ਪਰ ਜਦੋਂ ਅਸੀਂ ਪੰਜਾਬ 'ਚ ਐਂਟਰ ਹੋਏ ਨੇ, ਸਾਨੂੰ ਪੰਜਾਬ ਦੀ ਮਤਲਬ ਹਰਿਆਲੀ ਖੇਤਾਂ ਦੀ ਵੇਖ ਕੇ ਤੇ ਸਾਡਾ ਮਨ ਖੁਸ਼ ਹੁੰਦਾ ਕਿ ਹਾਂ ਹੁਣ ਸਾਡੇ ਪੰਜਾਬ ਦੀ ਆ ਗਈ। ਸਭ ਤੋਂ ਜ਼ਿਆਦਾ ਜਿਹੜਾ ਅਨਾਜ ਪੈਦਾ ਹੁੰਦਾ ਸਾਡੇ ਪੰਜਾਬ 'ਚ ਹੁੰਦਾ। ਤੇ ਜੇ ਘੱਟੋ ਘੱਟ ਸਰਕਾਰ ਨੇ ਇਹੋ ਜਿਹਾ ਕੋਈ ਬਿੱਲ ਪਾਸ ਕਰਨਾ ਸੀਗਾ ਤੇ ਜਿਹੜੇ ਕਿਸਾਨ ਆ ਉਹਨਾਂ ਨੂੰ ਤਾਂ ਇਹ ਇੱਕ ਵਾਰ ਪੁੱਛ ਲੈਂਦੀ, ਜਾਂ ਉਹਨਾਂ ਦੀ ਰਾਏ ਸਲਾਹ ਲੈ ਲੈਂਦੀ, ਉਹਨਾਂ ਨੂੰ ਕੀ ਫਾਇਦਾ ਹੈ ਜਾਂ ਕਿਵੇਂ ਕੀ ਲੱਗਦਾ ਉਹਨਾਂ ਨੂੰ, ਕਿਸ ਤਰ੍ਹਾਂ ਨੇ, ਇਹਨਾਂ ਦੀ ਸਲਾਹ ਲੈਣੀ ਵੀ ਬਹੁਤ ਜ਼ਰੂਰੀ ਸੀਗੀ। ਤੇ ਜੇ ਹੁਣ ਜਿਵੇਂ ਬਿਹਾਰ ਆ, ਜਿਵੇਂ ਲਾਕਡਾਊਨ ਹੋਇਆ, ਲਾਕਡਾਊਨ ਦੇ ਵਿੱਚ ਸਾਨੂੰ ਕੀ ਸੀਗਾ, ਇੱਕ ਰੋਟੀ ਚਾਹੀਦੀ ਸੀ। ਸਾਨੂੰ ਕੋਈ ਸ਼ਾਪਿੰਗ ਨਹੀਂ, ਸਾਨੂੰ ਕਿਤੇ ਨਹੀਂ ਆਉਣਾ, ਸਾਨੂੰ ਹੋਰ ਕੋਈ ਚੀਜ਼ ਨਹੀਂ ਚਾਹੀਦੀ, ਸਿਰਫ ਇੱਕ ਮਾੜੀ ਮੋਟੀ ਦਵਾਈ ਜੇ ਕਿਸੇ ਨੂੰ ਹੈਗੀ, ਤੇ ਨਹੀਂ ਤਾਂ ਰੋਟੀ ਦਾ ਮਸਲਾ ਸੀਗਾ। ਇੰਨੇ ਲੱਖਾਂ ਮਜ਼ਦੂਰ ਸਾਡੇ ਪੰਜਾਬ 'ਚ ਪੈਦਲ ਗਏ ਨੇ, ਜਾਂ ਹੋਰ ਵੀ ਸਟੇਟਾਂ ਦੇ ਵਿੱਚੋਂ ਪੈਦਲ ਗਏ ਨੇ ਉਹ, ਤੇ ਉਹ ਰੋਟੀ ਕਮਾਣੀ ਸਾਡੇ ਪੰਜਾਬ 'ਚ ਆਉਂਦੀ ਸੀ। ਜੇ ਪੰਜਾਬ ਦੇ ਵਿੱਚ ਇੰਨਾ ਮਤਲਬ ਅਨਾਜ ਦਾ ਭੰਡਾਰ ਸੀ ਤੇ ਤਾਂ ਹੀ ਸਾਡੇ ਇੱਥੇ ਆਉਂਦੇ ਸੀ ਉਹ, ਹਨਾ। ਜਾਂ ਹਰਿਆਣੇ 'ਚ ਹੋ ਰਿਹਾ, ਜਾਂ ਸਭ ਤੋਂ ਜ਼ਿਆਦਾ ਪੰਜਾਬ ਦੇ ਵਿੱਚ ਹੋ ਰਿਹਾ। ਤੇ ਪੰਜਾਬ ਜਦੋਂ ਸਾਡਾ ਲਾਕਡਾਊਨ ਸੀਗਾ, ਕਰੋਨਾ ਨੇ ਸਾਨੂੰ ਸਿਖਾਤਾ ਕਿ ਰੋਟੀ ਦੀ ਕੀ ਕੀਮਤ ਆ। ਜੇ ਹੋ ਸਕਦਾ ਤੇ ਚੱਲ, ਸਾਡੀ ਤਾਂ ਇਹੀ ਬੇਨਤੀ ਹੈ ਉਹਨਾਂ ਅੱਗੇ, ਹੋ ਸਕਦਾ ਕਿ ਇਸ ਨੂੰ ਮਾਫ ਕੀਤਾ ਜਾਵੇ ਤੇ ਵਧੀਆ ਗੱਲ ਹੈ। ਕਿਉਂਕਿ ਜੇ ਸਾਡੇ ਕਿਸਾਨ ਭਰਾ ਜਿੰਦਾ ਹੈਗੇ ਆ ਤੇ ਅਸੀਂ ਸਾਰੇ ਜਿੰਦਾ ਹੈ। ਜੇ ਕਿਸਾਨਾਂ ਨੂੰ ਕੁਝ ਹੋ ਗਿਆ ਤੇ ਮੈਨੂੰ ਲੱਗਦਾ ਕਿ ਰੋਟੀ ਤੋਂ ਤਾਂ ਅਸੀਂ ਵੀ ਹੌਲੀ ਹੌਲੀ ਜਾਵਾਂਗੇ। ਬਸ ਮੈਂ ਤਾਂ ਇਹੀ ਕਹਿਣਾ ਚਾਹੁੰਦੀ। ਸਤਿ ਸ਼੍ਰੀ ਅਕਾਲ। ਸਰ, ਕਿਸਾਨ ਆਰਡੀਨੈਂਸ ਨੂੰ ਲੈ ਕੇ ਅੱਜ ਪੰਜਾਬ ਦੇ 200 ਤੋਂ ਜ਼ਿਆਦਾ ਇਲਾਕਿਆਂ ਦੇ ਵਿੱਚ ਕਿਸਾਨਾਂ ਵੱਲੋਂ ਜਿਹੜਾ ਆ ਪ੍ਰਦਰਸ਼ਨ ਕੀਤਾ ਜਾ ਰਿਹਾ ਖੇਤੀ ਆਰਡੀਨੈਂਸਾਂ ਨੂੰ ਲੈ ਕੇ। ਇਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ? ਤੇ ਇਸ ਤੋਂ ਬਾਅਦ ਆਪਾਂ ਗੱਲ ਕਰਦੇ ਆ ਪੰਜਾਬ ਦੀ। ਤੁਸੀਂ ਕਲਾਕਾਰ ਹੋ, ਇੱਕ ਆਰਟਿਸਟ ਹੋ, ਬਾਲੀਵੁੱਡ ਵੱਲੋਂ ਕਿਉਂ ਨਹੀਂ ਕੋਈ ਇਦਾਂ ਦੇ ਕਦਮ ਚੁੱਕੇ ਗਏ, ਕਿਉਂ ਨਹੀਂ ਪ੍ਰਦਰਸ਼ਨ ਕੀਤਾ ਗਿਆ? हाँ, वैसे ये भी गल तो मेरी भी समझ तो बाहर है कि कुछ उन्होंने कुछ ऐसा का प्रदर्शन नहीं किया। हालांकि साढ़े बड़े सारे आर्टिस्ट इत्थे बाहर शूटिंग करन गए हुए ने, उन्होंने अपनी पोस्ट वगैरह तो पाई हुए हैं, लेकिन बाकी जिन्ने को असी कलाकार इकट्ठे हो सके सी अलग अलग सूबे के विच, क्योंकि असी इत्थे मोहाली रहने हैं तो इस करके असी इस मोहाली दे विच इकट्ठे हो सके। साढ़े कलाकार भरा जिथे जिथे है, पटियाले, जलंधर, अंमृतसर, तो जिते जिते है उन्होंने अपने अपने इलाके के विच बाहर आए ने। बट ये आया मैनू खुद नहीं समझ आया। लेकिन सिर्फ तो 200 इकट्ठी गल सिर्फ यही है कि सरकार अगे साडी यही अपील हैगी है, हथ जोड़ के बेनती है कि जिहड़ा बिल तुसीं पास करने की कोशिश कर रहे हो ये ना करो, क्योंकि ये पिछे किसानों का बहुत बुरा हाल हो जाएगा। हर इंसान का ही बुरा हाल हो जाएगा, भला वो कलाकार है या बिजनेसमैन। जब तक रोटी नहीं मिलेगी फिर बंदा काम की करेगा,
ਹਨਾ। ਸੋ ਬਾਲੀਵੁੱਡ ਦੀ ਗੱਲ ਕਰਦੇ ਹਾਂ ਆਪਾਂ, ਕਲਾਕਾਰਾਂ ਦੀ ਗੱਲ ਕਰਦੇ ਹਾਂ ਜਾਂ ਵੱਡੇ ਵੱਡੇ ਡਾਇਰੈਕਟਰਾਂ ਦੀ ਗੱਲ ਕਰਦੇ ਹਾਂ, ਪ੍ਰੋਡਿਊਸਰਸ ਦੀ ਗੱਲ ਕਰਦੇ ਹਾਂ, ਜਦੋਂ ਸ਼ੂਟਿੰਗ ਕਰਨੀ ਹੁੰਦੀ ਆ ਉਹ ਪੰਜਾਬ ਆਉਂਦੇ ਨੇ, ਪੰਜਾਬ ਦਾ ਮਾਹੌਲ ਦਿਖਾਉਣਾ ਹੁੰਦਾ, ਉਹ ਖੇਤ ਦਿਖਾਉਂਦੇ ਨੇ। ਤੇ ਅੱਜ ਜਦੋਂ ਉਹੀ ਖੇਤ ਖਤਮ ਹੋਣ ਜਾ ਰਹੇ ਨੇ, ਪੰਜਾਬ ਦੀ ਖੂਬਸੂਰਤੀ ਖਤਮ ਹੋਣ ਜਾ ਰਹੀ ਹੈ, ਅੰਨਦਾਤਾ ਭਾਰਤ ਦਾ ਖਤਮ ਹੋਣ ਜਾ ਰਿਹਾ, ਉਹ ਇਸ ਟਾਈਮ ਚੁੱਪ ਕਿਉਂ ਨੇ? ਇਹ ਤਾਂ ਖੈਰ ਉਹਨਾਂ ਨੂੰ ਹੀ ਪੁੱਛਣਾ ਪੈਣਾ ਕਿ ਚੁੱਪ ਕਿਉਂ ਹੈ, ਲੇਕਿਨ ਬਹੁਤ ਗਲਤ ਗੱਲ ਹੈ। ਕਿਸੇ ਨੂੰ ਦੋਸਤੋ ਉਹ ਕੋਈ ਕਿਸਾਨ ਹੈ ਜਾਂ ਨਹੀਂ, ਜਾਂ ਕਿਸੇ ਹੋਰ ਵੀ ਕਿੱਤੇ 'ਚ ਹੈ, ਕਿਸੇ ਹੋਰ ਵੀ ਪ੍ਰੋਫੈਸ਼ਨ 'ਚ ਹੈ, ਹੀ ਸ਼ੁੱਡ ਨਾਟ ਚੁੱਪ, ਜਿਹਨੂੰ ਉਹਨੂੰ ਬੋਲਣਾ ਚਾਹੀਦਾ ਕੁਛ ਨਾ ਕੁਛ ਉਹਨਾਂ ਨੂੰ ਨਾ, ਕਿ ਆਪਣੀ ਕਿਉਂਕਿ ਇਹ ਕਿਸੇ ਬਾਹਰ ਦੀ ਗੱਲ ਨਹੀਂ ਕਰ ਰਹੇ, ਜਿਹੜਾ ਤੁਹਾਡੇ ਪੇਟ ਭਰ ਰਿਹਾ ਤੁਸੀਂ ਉਹਨਾਂ ਦੀ ਗੱਲ ਕਰ ਰਹੇ, ਤਾਂ ਤੁਹਾਨੂੰ ਬਿਲਕੁਲ ਬੋਲਣਾ ਚਾਹੀਦਾ। ਮੇਰੇ ਖਿਆਲ ਨਾਲ, ਮੈਨੂੰ ਵੀ ਮੇਰੀ ਸਮਝ ਤੋਂ ਬਾਹਰ ਹੈ ਕਿ ਉਹ ਕਿਉਂ ਨਹੀਂ ਬੋਲ ਰਹੇ, ਪਰ ਉਹਨਾਂ ਨੂੰ ਬੋਲਣਾ ਜ਼ਰੂਰ ਚਾਹੀਦਾ ਹੈ। ਭਾਈ ਖੇਤੀ ਆਰਡੀਨੈਂਸ ਨੂੰ ਲੈ ਕੇ ਅੱਜ ਪੂਰੇ ਪੰਜਾਬ ਦੇ ਵਿੱਚ ਰੋਸ ਪ੍ਰਦਰਸ਼ਨ ਹੋ ਰਹੇ ਆ। ਬਹੁਤ ਸਾਰੇ ਜਿਹੜੇ 뮤직 ਇੰਡਸਟਰੀ ਦੇ ਲੋਕ ਆ ਉਹ ਵੀ ਪ੍ਰੋਟੈਸਟ ਕਰ ਰਹੇ ਆ, ਐਕਟਿੰਗ ਇੰਡਸਟਰੀ ਦੇ ਲੋਕ ਨੇ, ਫਿਲਮ ਇੰਡਸਟਰੀ ਦੇ ਲੋਕ ਨੇ, ਉਹ ਵੀ ਪ੍ਰੋਟੈਸਟ ਕਰ ਰਹੇ ਨੇ। ਤੇ ਕਿਉਂਕਿ ਤੁਸੀਂ ਯੂਥ ਆਈਕਨ ਹੋ, ਨੌਜਵਾਨ ਤੁਹਾਨੂੰ ਫੋਲੋ ਕਰਦੇ ਆ, ਨੌਜਵਾਨਾਂ ਨੂੰ ਤੁਸੀਂ ਕੀ ਸੁਨੇਹਾ ਦੇਣਾ ਚਾਹੁੰਦੇ? ਮੈਂ ਸਾਰਿਆਂ ਨੂੰ, ਸਾਰੇ ਪੰਜਾਬੀਆਂ ਨੂੰ, ਸਾਰੇ ਦੇਸ਼ ਵਾਸੀਆਂ ਨੂੰ, ਜਿੱਥੇ ਜਿੱਥੇ ਵੀ ਸਾਡੇ ਕਿਸਾਨ ਭਰਾ ਬੈਠੇ ਨੇ, ਦੇਖੋ ਤੁਹਾਨੂੰ ਪਤਾ ਮੈਨੂੰ ਲੱਗਦਾ 70-75% ਸਾਡੇ ਦੇਸ਼ ਦੇ ਵਿੱਚ ਕਿਸਾਨ ਨੇ। ਸਾਡਾ ਦੇਸ਼ ਹੀ ਨਹੀਂ, ਦੁਨੀਆ ਦੇ ਵਿੱਚ ਸਭ ਤੋਂ ਵੱਧ ਜਿਹੜਾ ਹੈਗਾ ਲੋਕ ਕਿਸਾਨ ਨੇ। ਔਰ ਮੇਰੀ ਸਾਰਿਆਂ ਨੂੰ ਇੱਕੋ ਹੀ ਗੁਜ਼ਾਰਿਸ਼ ਹੈ ਕਿ ਸਾਨੂੰ ਲਾਮਬੰਦ ਹੋਣ ਦੀ ਲੋੜ ਹੈ, ਇਕੱਠੇ ਹੋਣ ਦੀ ਲੋੜ ਹੈ। ਭਾਵੇਂ ਕੋਈ 50 ਕਿੱਲਿਆਂ ਵਾਲਾ ਹੈ, ਭਾਵੇਂ ਕੋਈ 100 ਕਿੱਲਿਆਂ ਵਾਲਾ ਹੈ, ਭਾਵੇਂ ਕੋਈ 2.5 ਕਿੱਲਿਆਂ ਵਾਲਾ ਹੈ, ਸਾਰਿਆਂ ਨੂੰ ਸਾਨੂੰ ਜਦ ਤੱਕ ਇਕੱਠੇ ਨਹੀਂ ਹੋਵਾਂਗੇ ਸਾਡੀ ਕੋਈ ਸੁਣਵਾਈ ਨਹੀਂ ਹੋਣੀ। ਸੋ ਇਸ ਲਈ ਮੈਂ ਸਾਰਿਆਂ ਨੂੰ ਕਹੂੰਗਾ ਕਿ ਆਪੋ ਆਪਣੇ ਜਿਹੜੇ ਨੇ ਸ਼ਿਕਵੇ ਗਿਲੇ ਭੁਲਾ ਕੇ ਆਪਾਂ ਇਕੱਠੇ ਹੋਈਏ ਔਰ ਸਰਕਾਰ ਤੱਕ ਆਪਣੀ ਗੱਲ ਪਹੁੰਚਾਈਏ। ਮੈਂ ਤਾਂ ਚਾਹੁੰਦਾ ਕਿ ਸਰਕਾਰਾਂ ਨੂੰ ਚਾਹੀਦਾ ਸੀਗਾ ਕਿ ਖੇਤੀ ਮਾਹਰ ਜਿੰਨੇ ਵੀ ਵਿਦਵਾਨ ਨੇ ਸਾਡੇ, ਉਹਨਾਂ ਦੇ ਪੱਖ ਸੁਣਦੇ, ਉਹ ਕਿਸਾਨਾਂ ਦੇ ਪੱਖ ਸੁਣਦੇ, ਤੇ ਫਿਰ ਕਿਤੇ ਨਾ ਕਿਤੇ ਜਾ ਕੇ ਇਹਦਾ ਸੋਲੂਸ਼ਨ ਕੱਢਣਾ ਸੀਗਾ। ਪਰ ਜਿਹੜਾ ਇੱਕਦਮ ਹੀ ਥੋਪ ਦਿੱਤਾ ਗਿਆ ਹੈ ਸਾਡੇ ਤੇ, ਇਹ ਪੈਨਲ ਹੈ ਜਿਹੜਾ, ਇਹ ਕਾਨੂੰਨ ਥੋਪ ਦਿੱਤਾ ਗਿਆ, ਇਹ ਗਲਤ ਹੈ ਔਰ ਸਰਕਾਰ ਨੂੰ ਇਹਦੇ ਤੇ ਗੌਰ ਫਰਮਾਉਣੀ ਚਾਹੀਦੀ ਹੈ। ਪਹਿਲਾਂ ਨੋਟਬੰਦੀ ਕੀਤੀ ਗਈ, ਹਾਂਜੀ, ਉਸ ਤੋਂ ਬਾਅਦ ਹੁਣ ਕਰੋਨਾ ਕਾਲ ਆਇਆ ਤਾਂ ਲੋਕਡਾਊਨ ਲਗਾ ਦਿੱਤਾ ਗਿਆ। ਲੋਕਾਂ ਨੇ ਦੁਹਾਈ ਦਿੱਤੀ ਕਿ ਅਸੀਂ ਬਰਬਾਦ ਹੋ ਜਾਾਂਗੇ, ਸਾਡੇ ਕੰਮਕਾਰ ਖਤਮ ਹੋ ਜਾਣਗੇ, ਪਰ ਫਿਰ ਵੀ ਸਰਕਾਰ ਵੱਲੋਂ ਉਹਨਾਂ ਦੀ ਕੋਈ ਹਿਮਾਇਤ ਨਹੀਂ ਕੀਤੀ ਗਈ, ਉਹਨਾਂ ਦੀ ਕੋਈ ਸੁਣਵਾਈ ਨਹੀਂ ਕੀਤੀ ਗਈ। ਕੀ ਤੁਹਾਨੂੰ ਉਮੀਦ ਹੈ ਕਿ ਅੱਜ ਕਿਸਾਨ ਭਰਾ ਜਿਹੜੇ ਸਾਡੇ ਉਹ ਦੁਹਾਈ ਦੇ ਰਹੇ ਨੇ, ਬਾਰ-ਬਾਰ ਪ੍ਰਦਰਸ਼ਨ ਕਰ ਰਹੇ ਨੇ, ਸਰਕਾਰ ਨੂੰ ਚੇਤਾਵਨੀ ਦੇ ਰਹੇ ਨੇ, ਕਿ ਉਹਨਾਂ ਦੀ ਚੇਤਾਵਨੀਆਂ ਦਾ ਅਸਰ ਹੋਊਗਾ? ਨਹੀਂ ਹੋਏਗਾ ਜੀ। ਵੇਖੋ ਸਾਡਾ ਦੇਸ਼ ਦੁਨੀਆ ਦੇ ਵਿੱਚ ਸਭ ਤੋਂ ਵੱਡਾ ਲੋਕਤੰਤਰਿਕ ਦੇਸ਼ ਹੈ ਔਰ ਮੈਂ ਆਪਣੇ ਜਿਹੜਾ ਸੰਵਿਧਾਨ ਦੇ ਵਿੱਚ ਮੇਰਾ ਪੂਰਾ ਵਿਸ਼ਵਾਸ ਹੈ, ਆਪਣੇ ਲੋਕਤੰਤਰ ਦੇ ਵਿੱਚ ਪੂਰਾ ਵਿਸ਼ਵਾਸ ਹੈ, ਤੇ ਸਾਡੀਆਂ ਸਰਕਾਰਾਂ ਜਿਹੜਾ ਸਾਡੇ ਕਿਸਾਨਾਂ ਦੀਆਂ ਮੰਗਾਂ ਜ਼ਰੂਰ ਮੰਨਣਗੀਆਂ, ਮੇਰਾ ਤਾਂ ਇਹ ਮੰਨਣਾ ਹੈ। ਸੋ ਖੇਤੀ ਆਰਡੀਨੈਂਸਾਂ ਨੂੰ ਲੈ ਕੇ ਅੱਜ ਸਾਡੇ ਕਲਾਕਾਰ ਸਾਥੀਆਂ ਵੱਲੋਂ ਪ੍ਰਦਰਸ਼ਨ ਕੀਤਾ ਜਾ ਰਿਹਾ ਆ, ਤੇ ਇਹੀ ਨਹੀਂ, ਮਾਨਸਾ ਵਿਖੇ ਵੀ ਸਿੱਧੂ ਮੂਸੇਵਾਲਾ ਤੇ ਅਨੇਕ ਕਲਾਕਾਰਾਂ ਵੱਲੋਂ ਜਿਹੜਾ ਆ ਪ੍ਰਦਰਸ਼ਨ ਦੇ ਵਿੱਚ ਹਿੱਸਾ ਲਿਆ ਜਾ ਰਿਹਾ ਹੈ। ਨਾਭਾ ਦੇ ਵਿੱਚ ਹਰਭਜਨ ਮਾਨ, ਰਣਜੀਤ ਬਾਵਾ ਵਰਗੇ ਕਲਾਕਾਰ ਇਹਨਾਂ ਰੋਸ ਪ੍ਰਦਰਸ਼ਨਾਂ ਦਾ ਹਿੱਸਾ ਬਣ ਰਹੇ ਨੇ ਅਤੇ ਕਿਸਾਨਾਂ ਦੇ ਹੱਕਾਂ ਦੇ ਲਈ ਲੜ ਰਹੇ ਨੇ, ਉਹਨਾਂ ਦੇ ਹੱਕਾਂ ਦੀ ਗੱਲ ਕਰ ਰਹੇ ਨੇ। ਸੋ ਇਸੇ ਤਰ੍ਹਾਂ ਅੱਜ ਅਸੀਂ SS ਨਿੱਜਰ ਚੌਂਕ ਖਰੜ ਵਿਖੇ ਪਹੁੰਚੇ ਸੀ, ਜਿੱਥੇ ਸਾਡੇ ਪੰਜਾਬ ਦੇ ਜੋ ਐਕਟਿੰਗ ਇੰਡਸਟਰੀ ਆ, ਫਿਲਮ ਇੰਡਸਟਰੀ ਦੇ ਬਹੁਤ ਸਾਰੇ ਕਲਾਕਾਰ ਇੱਥੇ ਪਹੁੰਚੇ ਸੀ, ਤੇ ਉਹਨਾਂ ਨੇ ਸਾਨੂੰ ਦੱਸਿਆ ਕਿ ਇਹ ਜੋ ਕਿਸਾਨ ਵਿਰੋਧੀ ਆਰਡੀਨੈਂਸ ਪਾਸ ਕੀਤਾ ਗਿਆ ਆ, ਕਲਾਕਾਰ ਪੂਰੇ ਤੌਰ ਤੇ ਇਸ ਦੇ ਵਿਰੋਧ ਦੇ ਵਿੱਚ ਨੇ, ਤੇ ਉਹਨਾਂ ਵੱਲੋਂ ਕਿਸਾਨਾਂ ਦਾ ਪੂਰਾ ਸਾਥ ਦਿੱਤਾ ਜਾਊਗਾ, ਕਿਉਂਕਿ ਜੋ ਕਿਰਤੀ ਹੁੰਦੇ ਨੇ, ਕਿਸਾਨ ਹੁੰਦੇ ਨੇ, ਉਹਨਾਂ ਦਾ ਜੋ ਕੰਮ ਹੈ ਉਹ ਸਿਰਫ ਉਹਨਾਂ ਦੇ ਨਾਲ ਹੀ ਨਹੀਂ ਜੁੜਿਆ ਹੁੰਦਾ। ਅੰਨਦਾਤਾ ਦਾ ਜੋ ਕੰਮ ਹੈ ਉਹ ਦੇਸ਼ ਦੀ ਪੂਰੀ ਜਨਤਾ ਦੇ ਨਾਲ ਜੁੜਿਆ ਹੁੰਦਾ, ਉੱਦਾਂ ਹੀ ਕਲਾਕਾਰਾਂ ਦੇ ਨਾਲ ਜੁੜਿਆ ਹੁੰਦਾ। ਸੋ ਭਾਵਨਾਵਾਂ ਵਿੱਚ ਆਪਣੀਆਂ ਭਾਵਨਾਵਾਂ ਨੂੰ ਵਿਅਕਤ ਕਰਦੇ ਹੋਏ ਕਲਾਕਾਰਾਂ ਨੇ ਇਹੀ ਕਿਹਾ ਕਿ ਉਹ ਪੂਰੀ ਤਰ੍ਹਾਂ ਕਿਸਾਨਾਂ ਦੇ ਨਾਲ ਨੇ ਅਤੇ ਇਸ ਆਰਡੀਨੈਂਸ ਨੂੰ ਰੋਕਣ ਲਈ ਪੂਰਜ਼ੋਰ ਕੋਸ਼ਿਸ਼ਾਂ ਕਰਦੇ ਰਹਿਣਗੇ। ਕੈਮਰਾਮੈਨ ਜਸ਼ਨ ਦੇ ਨਾਲ ਮੈਂ ਪ੍ਰਦੀਪ ਧੀਮਾਨ, ਪੰਜਾਬੀ ਬਾਕਸ ਲਈ।